ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਤਿੰਨਾਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਅਤਿ ਸਤਿਕਾਰਯੋਗ ਗੁਰੂ ਦਾ ਖਾਸ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜੀ, ਬਹੁਤ ਹੀ ਵਡਭਾਗੀ ਹੋ, ਧੰਤਾਵਾਨ ਹੋ, ਧੰਤਾ ਦੇ ਯੋਗ ਹੋ ਜੋ ਇਹ ਪਾਵਨ ਸਮਾਂ ਪ੍ਰਾਪਤ ਹੋਇਆ ਹੈ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅਸਥਾਨ ਦੇ ਦਰਸ਼ਨ ਦਿਦਾਰੇ ਕਰਨ ਦਾ। ਸੋ ਆਓ, ਜਿੱਥੇ ਆਪ ਸਭ ਜੀ ਬੜੇ ਹੀ ਪਿਆਰ ਸਤਿਕਾਰ ਨਾਲ ਸਤਿਗੁਰੂ ਜੀ ਕੇ ਪਾਵਨ ਹਰਜਸ ਗੁਰਬਾਣੀ ਕੀਰਤਨ ਦੇ ਨਾਲ ਸਾਂਝ ਪਾ ਕੇ ਹਟੇ ਹੋ, ਉੱਥੇ ਕੁਝ ਸਮਾਂ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾਉਂਦੇ ਹੋਏ ਗੁਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ। ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਕਲਗੀਧਰ ਪਿਤਾ ਦਸ਼ਮੇਸ਼ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਬਖਸ਼ਿਸ਼ ਫਤਿਹ ਪ੍ਰਵਾਨੀਏ। ਰਸਨਾ ਨੂੰ ਕਰੀਏ ਪਵਿੱਤਰ, ਝੁਕਾਈਏ ਗੁਰੂ ਚਰਨਾਂ ਦੇ ਵਿੱਚ ਸੀਸ। ਬੜੇ ਹੀ ਅਦਬ ਪਿਆਰ ਸਤਿਕਾਰ ਸਹਿਤ ਪ੍ਰਵਾਨੋ ਜੀ ਦਾਸਰੇ ਦੀ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਵਿਚਾਰ ਅਧੀਨ ਸ਼ਬਦ ਗੌੜੀ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸਤਿਗੁਰੂ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਿਤ ਕੀਤੀ ਹੋਈ ਪਾਵਨ ਬਾਣੀ ਸੁਖਮਨੀ ਸਾਹਿਬ ਜੀ ਦੇ ਅਸ਼ਟਪਦੀਆਂ ਦੇ ਵਿੱਚੋਂ ਹਨ। ਅੱਜ ਸਤਿਗੁਰੂ ਜੀ ਮਹਾਰਾਜ ਜੀ ਦੀ ਜਿਸ ਵਿਚਾਰ ਨੂੰ ਅਸੀਂ ਜਾਣਨਾ ਹੈ, ਸੁਖਮਨੀ ਸਾਹਿਬ ਜੀ ਦੀ 10ਵੀਂ ਅਸ਼ਟਪਦੀ ਦਾ 5ਵਾਂ ਬੰਦ। ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਗੁਰਬਾਣੀ ਦਾ ਮੁੱਢ ਉਸ ਅਕਾਲ ਪੁਰਖ ਤੋਂ ਬੰਨਣਾ ਸ਼ੁਰੂ ਕੀਤਾ, ਆਰੰਭ ਕੀਤਾ। ਅਸੀਂ ਕਦੇ ਵੀ ਵੇਖ ਲਈਏ, ਗੁਰਬਾਣੀ ਜਦੋਂ ਆਰੰਭ ਹੁੰਦੀ ਹੈ ਸਭ ਤੋਂ ਪਹਿਲਾਂ ਮੰਗਲ ਵਿੱਚ ਇੱਕ ਸ਼ਬਦ ਆਉਂਦਾ ਹੈ, ਉਹ ਹੈ ਇੱਕ ਓੰਕਾਰ। ਪਰਮਾਤਮਾ ਇੱਕ ਹੈ, ਨਿਰਾਕਾਰ ਹੈ, ਉਹ ਸੱਚਾ ਹੈ, ਅਟਲ ਹੈ, ਤੇ ਉਹ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਹੁਣ ਅਗਲੀ ਗੱਲ ਸਤਿਗੁਰੂ ਜੀ ਮਹਾਰਾਜ ਕਹਿੰਦੇ ਹਨ, ਕਈ ਕੋਟ ਪਾਤਾਲ ਕੇ ਵਾਸੀ। ਜੀਵਨ ਹੈ ਤੇ ਜੀਵਨ ਕੱਲਾ ਇਸ ਧਰਤੀ ਉੱਪਰ ਹੀ ਨਹੀਂ, ਧਰਤੀ ਦੇ ਅੰਦਰ ਤੇ ਆਕਾਸ਼ ਵਿੱਚ ਵੀ ਹੁੰਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਕੱਲਾ ਤੂੰ ਹੀ ਨਹੀਂ, ਤੇਰੇ ਨਾਲ ਉਸ ਪਰਿਪੂਰਨ ਪਰਮਾਤਮਾ ਦੇ ਹੁਕਮ ਵਿੱਚ ਕਈ ਕੋਟ ਕਈ ਕਰੋੜ, ਕੋਟ ਦਾ ਮਤਲਬ ਹੈ ਕਰੋੜ, ਅਣਗਿਣਤ, ਗਿਣਤੀ ਤੋਂ ਬਾਹਰ। ਪਾਤਾਲ ਕੇ ਵਾਸੀ, ਆਕਾਸ਼ ਉਪਲਾ ਹੁੰਦਾ ਹੈ ਤੇ ਪਤਾਲ ਹੇਠਲਾ ਹੁੰਦਾ, ਜ਼ਮੀਨ ਤੋਂ ਥੱਲੇ। ਪਤਾਲ ਕੇ ਵਾਸੀ, ਪਤਾਲ ਵਿੱਚ ਵੀ ਕਈ ਕੋਟ ਰਹਿੰਦੇ ਨੇ, ਜਿਉਂਦੇ ਨੇ, ਜਿਨ੍ਹਾਂ ਨੂੰ ਪਰਮਾਤਮਾ ਨੇ ਰਿਜ਼ਕ ਦਿੱਤਾ ਹੈ। ਕੱਲੀ ਤੈਨੂੰ ਰੋਟੀ ਦੀ ਚਿੰਤਾ ਨਹੀਂ ਹੈ, ਰੋਟੀ ਦੀ ਚਿੰਤਾ ਤਾਂ ਉਹਨਾਂ ਨੂੰ ਵੀ ਹੋਣੀ ਹੈ, ਪਰ ਜਾਣੀ ਕਈ ਕੋਟ ਨਰਕ ਸੁਰਗ ਨਿਵਾਸੀ। ਇੱਦਾਂ ਹੀ ਕਈ ਕਰੋੜ ਲੋਕ, ਕਈ ਕਰੋੜ ਜੀਵ ਨਰਕਾਂ ਤੇ ਸੁਰਗਾਂ ਦੇ ਗੇੜ ਵਿੱਚ ਪਏ ਹੋਏ ਨੇ। ਜਿੱਥੇ ਵਿਚਾਰ ਨੂੰ ਅੰਦਰੂਨੀ ਪੱਖ ਤੋਂ ਅਸੀਂ ਜਾਣਨਾ ਹੈ, ਉੱਥੇ ਅਖਰੀ ਅਰਥਾਂ ਦੇ ਵਿਚਾਰ ਵੀ ਬੜੀ ਜ਼ਰੂਰੀ ਹੈ। ਭਾਈ ਸਾਹਿਬ ਸਿੰਘ ਜੀ, ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਅਰਥ ਹਨ। ਆਪ ਜੀ ਕਹਿੰਦੇ ਕਰੋੜਾਂ ਜੀਵ ਪਤਾਲ ਵਿੱਚ ਵਸਣ ਵਾਲੇ ਹਨ ਅਤੇ ਕਰੋੜਾਂ ਹੀ ਨਰਕਾਂ ਤੇ ਸੁਰਗਾਂ ਵਿੱਚ ਵਸਦੇ ਹਨ, ਭਾਵ ਦੁਖੀ ਤੇ ਸੁਖੀ ਹੁੰਦੇ ਨੇ। ਨਰਕਾਂ ਤੇ ਸਵਰਗਾਂ ਤੋਂ ਭਾਵ ਹੈ ਦੁਖੀ ਤੇ ਸੁਖੀ ਹੁੰਦੇ ਨੇ। ਹੁਣ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਇਸ ਪਾਵਨ ਬਾਣੀ ਨੂੰ ਸਾਡੇ ਸਾਹਮਣੇ ਰੱਖਿਆ ਹੈ। ਸੁਭਾਵਿਕ ਗੱਲ ਹੈ, ਜਿਹੜਾ ਬੰਦਾ ਇਹਨੂੰ ਪੜ੍ਹਨ ਦਿਆ ਗੁਰੂ ਸਾਹਿਬ ਜੀ ਮਹਾਰਾਜ ਉਹਨੂੰ ਸਮਝਾ ਰਹੇ ਨੇ, ਇਹ ਪਾਵਨ ਬਾਣੀ ਮਨੁੱਖ ਮਾਤਰ ਵਾਸਤੇ ਹੈ। ਉਦਾਹਰਨਾਂ ਗੁਰੂ ਸਾਹਿਬ ਜੀ ਨੇ ਜੀਵ ਜੰਤੂਆਂ ਦੀਆਂ ਵਰਤੀਆਂ, ਉਦਾਹਰਨਾਂ ਪੱਤਿਆਂ ਦੀਆਂ ਵਰਤੀਆਂ। ਅਸੀਂ ਇੱਕ ਉਦਾਹਰਣ ਲੈ ਕੇ ਉਹਦਾ ਵਿਸ਼ਲੇਸ਼ਣ, ਉਹਦਾ ਵਿਸਤਾਰ ਕਰ ਸਕਦੇ ਹਾਂ, ਪਰ ਕੇਵਲ ਅੱਖਰਾਂ ਤੱਕ ਅਸੀਂ ਨਾ ਰਹੀਏ, ਉਹਨੂੰ ਅੰਦਰ ਲੈ ਕੇ ਜਾਈਏ ਕਿ ਜੇ ਗੁਰੂ ਸਾਹਿਬ ਜੀ ਕਹਿੰਦੇ ਪੱਤਰ ਭੁਰੀਏਨ ਝੜੀਆਂ ਨ ਜੜੀਆਂ ਪੇੜ ਸੰਪਦਾ, ਪੱਤਾ ਇੱਕ ਵਾਰ ਥੱਲੇ ਡਿੱਗ ਜਾਵੇ ਉਹ ਦੁਬਾਰਾ ਦਰਖਤ ਤੇ ਨਹੀਂ ਲੱਗ ਸਕਦਾ। ਹੁਣ ਸਾਧ ਸੰਗਤ ਜੀ, ਇਹ ਜਿਹੜੀ ਵਿਚਾਰ ਸਾਨੂੰ ਵੀ ਪਤਾ ਹੈ,
ਅਸੀਂ ਵੀ ਜਾਣਦੇ ਹਾਂ ਕਿ ਰੋਜ਼ ਪੱਤੇ ਡਿੱਗਦੇ ਨੇ, ਰੋਜ਼ ਦੁਬਾਰਾ ਜੁੜਦੇ ਨੇ, ਪਰ ਗੁਰੂ ਸਾਹਿਬ ਜੀ ਨੇ ਇਹ ਵਿਚਾਰ ਸਾਨੂੰ ਕਿਉਂ ਦ੍ਰਿੜ ਕਰਵਾਈ ਹੈ? ਸਤਿਗੁਰੂ ਜੀ ਮਹਾਰਾਜ ਜੀ ਦਾ ਇੱਕ ਮਕਸਦ ਹੈ। ਸਤਿਗੁਰੂ ਜੀ ਮਹਾਰਾਜ ਬਾਰ-ਬਾਰ ਮਨੁੱਖ ਜਾਤੀ ਨੂੰ, ਮਨੁੱਖ ਮਾਤਰ ਨੂੰ ਇਹ ਗੱਲ ਸਮਝਾਉਣਾ ਚਾਹੁੰਦੇ ਨੇ ਕਿ ਮਨੁੱਖਾ, ਇਸ ਜ਼ਿੰਦਗੀ ਵਿੱਚ ਆਇਆ ਹੈ, ਤੇਰਾ ਉਹ ਜਿਹੜਾ ਮਕਸਦ ਹੈ ਤੂੰ ਉਹਨੂੰ ਭੁੱਲ ਚੁੱਕਿਆ ਹੈ। ਆਪਣੇ ਮਕਸਦ ਨੂੰ ਯਾਦ ਕਰ। ਬਾਣੀ ਅੰਦਰ, ਪਾਵਨ ਬਾਣੀ ਅੰਦਰ ਬਾਰ-ਬਾਰ ਉਸ ਮਕਸਦ ਦੇ ਦੁਆਰਾ, ਉਸ ਸੈਂਟਰਲ ਆਈਡੀਆ ਦੇ, ਉਸ ਕੇਂਦਰੀ ਭਾਵ ਦੇ ਦੁਆਰਾ ਗੁਰਬਾਣੀ ਸਾਨੂੰ ਖਿੱਚ ਕੇ ਲੈ ਕੇ ਜਾਂਦੀ ਹੈ। ਉਹ ਭਾਵ ਕਿਹੜਾ ਹੈ ਜਿਹਨੂੰ ਰੋਜ਼ ਹੀ ਪੜ੍ਹਦੇ ਆ? ਭਈ ਪ੍ਰਾਪਤ ਮਨੁੱਖ ਦੇਹੁਰੀਆ, ਮਨੁੱਖ ਦੇਹੁਰੀਆ, ਮਨੁੱਖ ਦੀ ਦੇਹੁਰੀ ਤੈਨੂੰ ਮਿਲੀ ਹੈ, ਪ੍ਰਾਪਤ ਹੋਈ ਹੈ। ਕਾਰਨ ਕੀ ਹੈ? ਇਹਦਾ ਮਤਲਬ ਕੀ? ਇਹਦਾ ਮੂਲ ਕੀ ਹੈ? ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ, ਇਹ ਵਾਰੀ ਹੈ ਤੇਰੀ ਗੋਬਿੰਦ ਮਿਲਣ ਦੀ। ਜੇ ਗੁਰੂ ਸਾਹਿਬ ਜੀ ਮਹਾਰਾਜ ਗੱਲ ਹੰਸ ਦੀ ਕਰਦੇ ਨੇ, ਗੱਲ ਕਾਂ ਦੀ ਕਰਦੇ ਨੇ, ਗੁਰੂ ਸਾਹਿਬ ਜੀ ਮਹਾਰਾਜ ਬੈਲ ਦੀ ਗੱਲ ਕਰਦੇ ਨੇ, ਹਿਰਨ ਦੀ ਗੱਲ ਕਰਦੇ, ਸ਼ੇਰ ਦੀ ਗੱਲ, ਇਹਦਾ ਮਤਲਬ ਇਹ ਨਹੀਂ ਕਿ ਗੁਰੂ ਸਾਹਿਬ ਜੀ ਸ਼ੇਰ ਜਾਂ ਹਿਰਨ ਨੂੰ ਸਮਝਾ ਰਹੇ ਨੇ। ਗੁਰੂ ਸਾਹਿਬ ਜੀ ਮਹਾਰਾਜ ਸਾਨੂੰ ਕਹਿ ਰਹੇ ਨੇ ਕਿ ਬੰਦਿਆ, ਸੁਭਾਅ ਤੇਰਾ ਇਹਨਾਂ ਵਰਗਾ ਹੋ ਗਿਆ ਹੈ, ਆ ਜਿਹੜਾ ਸਟਰਕਚਰ, ਆ ਜਿਹੜੀ ਬਾਡੀ ਤੇਰੀ ਇਨਸਾਨ ਦੀ ਹੈ, ਪਰ ਤੇਰਾ ਜੀਵਨ ਜਾਨਵਰਾਂ ਵਾਲਾ ਹੈ। ਯੋਨ ਤੂੰ ਮਨੁੱਖ ਦੀ ਭੋਗ ਰਿਹਾ ਹੈ, ਸਰੀਰ ਤੇਰਾ ਮਨੁੱਖ ਦਾ ਹੈ, ਖਾਣ ਪਾਣ ਮਨੁੱਖ ਦਾ ਹੈ, ਪਰ ਜੀਵਨ ਜੀਣ ਦਾ ਤਰੀਕਾ ਜਾਨਵਰਾਂ ਵਰਗਾ ਹੋ ਗਿਆ। ਇਸ ਜੀਵਨ ਦੇ ਅੰਦਰ ਪਰਮਾਤਮਾ ਗੋਬਿੰਦ ਨੂੰ ਮਿਲਣਾ ਹੈ, ਤੇ ਗੋਬਿੰਦ ਨੂੰ ਮਿਲਣ ਵਾਸਤੇ ਉਹਦੇ ਵਰਗਾ ਬਣਨਾ ਬੜਾ ਜ਼ਰੂਰੀ ਹੈ। ਉਹਦੇ ਵਰਗਾ ਬਣਨ ਵਾਸਤੇ ਤੈਨੂੰ ਕੀ ਕਰਨਾ ਪਏਗਾ? ਗੁਰਬਾਣੀ ਨੇ ਸਮਝਾਉਣਾ ਕੀਤਾ। ਮੈਂ ਬਹੁਤੀ ਵਾਰ ਇਹ ਉਦਾਹਰਣ ਦਿਆ ਕਰਦਾ ਕਿ ਦੋ ਰਾਹ ਹੁੰਦੇ ਨੇ ਜ਼ਿੰਦਗੀ ਦੇ ਅੰਦਰ, ਜ਼ਰੂਰੀ ਨਹੀਂ ਦੋ ਚਾਰ ਵੀ ਹੋ ਸਕਦੇ ਨੇ, ਪਰ ਅਮੂਮਨ ਸਮਝਣ ਵਾਸਤੇ ਅਸੀਂ ਇਸ ਉਦਾਹਰਣ ਨੂੰ ਵੇਖੀਏ ਤੇ ਅਸੀਂ ਉਹਨਾਂ ਦੋਹਾਂ ਰਾਹਾਂ ਦੇ ਵਿੱਚ ਖਲੋਤੇ ਹਾਂ। ਸਾਨੂੰ ਨਹੀਂ ਪਤਾ ਕਿਹੜਾ ਰਾਹ ਸਾਡੀ ਮੰਜ਼ਿਲ ਤੱਕ, ਕਿਉਂਕਿ ਗੋਬਿੰਦ ਮਿਲਣ ਵਾਲੀ ਮੰਜ਼ਿਲ ਹੈ, ਪਰ ਉਸ ਮੰਜ਼ਿਲ ਤੱਕ ਕਿਹੜਾ ਰਾਹ ਜਾਂਦਾ ਸਾਨੂੰ ਨਹੀਂ ਪਤਾ। ਹੋ ਸਕਦਾ ਹੈ ਆਪਣੇ ਮਨ ਦੇ ਮਗਰ ਲੱਗ ਕੇ ਅਸੀਂ ਗਲਤ ਰਾਹ ਨੂੰ ਅਖਤਿਆਰ ਕਰ ਲਈਏ ਤੇ ਗੋਬਿੰਦ ਮਿਲਣ ਦੀ ਇਹ ਤੇਰੀ ਵਰੀਆ ਜਿਹੜੀ ਹੈ ਉਹ ਤੋਂ ਭਟਕ ਜਾਈਏ। ਸਾਡੇ ਕੋਲ ਗਿਆਨ ਨਹੀਂ, ਸਾਡੇ ਕੋਲ ਮਤ ਨਹੀਂ, ਸਾਡੇ ਕੋਲ ਇੰਨੀ ਬੁੱਧ ਨਹੀਂ ਕਿ ਅਸੀਂ ਉਸ ਰਾਹ ਨੂੰ ਆਪ ਜਾਣ ਸਕੀਏ। ਫਿਰ ਕੀ ਹੁੰਦਾ ਹੈ, ਕਿਤੇ ਜਾਣਾ ਹੋਵੇ ਨਾ ਤੇ ਇੱਦਾਂ ਹੀ ਸਾਡੇ ਸਾਹਮਣੇ ਸਿਚੁਏਸ਼ਨ ਆ ਜਾਵੇ, ਸਾਨੂੰ ਰਾਹ ਦਾ ਨਾ ਪਤਾ ਹੋਵੇ, ਅਸੀਂ ਵੇਟ ਕਰਦੇ, ਇੰਤਜ਼ਾਰ ਕਰਦੇ ਹਾਂ ਕਿ ਕੋਈ ਰਾਹ ਹੀ ਇੱਧਰੋਂ ਲੰਘੇ ਤੇ ਅਸੀਂ ਉਹ ਤੋਂ ਪੁੱਛੀਏ ਕਿ ਇਸ ਰਾਹ ਵੱਲ ਨੂੰ ਜਾਣਾ ਹੈ ਭਾਈ, ਸਾਨੂੰ ਇਸ ਰਾਹ ਦਾ ਪਤਾ ਦੱਸ ਕਿ ਇਹ ਰਾਹ ਸਾਨੂੰ ਮੰਜ਼ਿਲ ਤੱਕ ਲੈ ਕੇ ਜਾਏਗਾ। ਜੇ ਰਾਹ ਵਿੱਚ ਚੱਲਣ ਵਾਲਾ ਰਾਹੀ ਹੈ ਜਿਹੜਾ ਉਸ ਰਾਹ 'ਤੇ ਜਾਣ ਵਾਸਤੇ ਪਿੱਛੋਂ ਚੱਲਿਆ ਹੈ, ਜੇ ਉਹਨੂੰ ਵੀ ਰਾਹ ਦਾ ਨਹੀਂ ਪਤਾ ਨਾ, ਅਸੀਂ ਫਿਰ ਰੁਕ ਜਾਂਦੇ ਹਾਂ, ਭਾਈ ਤੈਨੂੰ ਵੀ ਨਹੀਂ ਪਤਾ। ਕੁਝ ਲੋਕ ਮਗਰ ਲੱਗ ਕੇ ਪੁੱਠੇ ਰਾਹ 'ਤੇ ਚੱਲ ਪੈਂਦੇ ਨੇ, ਅੱਧੇ ਰਾਹ ਤੋਂ ਫਿਰ ਪਤਾ ਲੱਗਦਾ ਨਹੀਂ ਬਈ ਇਹ ਰਾਹ ਗਲਤ ਹੈ, ਵਾਪਸ ਆ ਜਾਂਦੇ ਨੇ। ਕੁਝ ਲੋਕ ਆਪਣਾ ਸਮਾਂ ਬਰਬਾਦ ਕਰ ਚੁੱਕੇ ਹੁੰਦੇ ਨੇ, ਫਿਰ ਦੁਬਾਰਾ ਮੁੜ ਕੇ ਆਉਣਾ ਪੈਂਦਾ, ਫਿਰ ਉੱਥੇ ਹੀ ਆ ਕੇ ਖੜੇ ਹੋ ਜਾਂਦੇ ਹਾਂ, ਫਿਰ ਉਡੀਕ ਕਰਦੇ ਹਾਂ ਕੋਈ ਆਵੇ ਤੇ ਸਾਨੂੰ ਦੱਸੇ ਕਿ ਰਾਹ ਕਿਹੜਾ ਜਾਣਾ ਹੈ। ਕਦੀ ਕੁ ਵਾਰ ਕੀ ਹੁੰਦਾ, ਅਸੀਂ ਕੋਈ ਗਲਤ ਕੰਮ ਕਰ ਲਈਏ ਨਾ, ਸਾਨੂੰ ਪਤਾ ਲੱਗ ਜਾਂਦਾ ਇਹ ਕੰਮ ਗਲਤ ਹੈ, ਅਸੀਂ ਉਹ ਕੰਮ ਦੁਬਾਰਾ ਨਹੀਂ ਕਰਦੇ, ਅਸੀਂ ਉਸ ਰਾਹ ਵੱਲ ਆਪਣਾ ਮੁੱਖ ਨਹੀਂ ਕਰਦੇ, ਉੱਧਰੋਂ ਮੁੱਖ ਮੋੜ ਲੈਂਦੇ, ਸਾਨੂੰ ਪਤਾ ਲੱਗ ਜਾਂਦਾ ਫਿਰ ਆਹ ਗਲਤ ਹੈ ਤੇ ਆਹ ਤਾਂ ਸਹੀ ਹੋਏਗਾ। ਇੱਦਾਂ ਹੀ ਰਾਹ ਅਸੀਂ ਵੇਟ ਕਰਦੇ ਹਾਂ ਕੋਈ ਆ ਕੇ ਸਾਨੂੰ ਦੱਸੇ ਕਿ ਆਹ ਜਿਹੜੀ ਤੇਰੀ ਮੰਜ਼ਿਲ ਤੱਕ ਪਹੁੰਚਾਉਣ ਵਾਲਾ ਆਹ ਰਾਹ ਹੈ। ਉਹ ਸੁਜਾਖਾ, ਉਹ ਸਿਆਣਾ ਵਿਅਕਤੀ ਸਾਨੂੰ ਆ ਕੇ ਦੱਸਦਾ, ਭਾਈ ਤੂੰ ਗਲਤ ਰਾਹ ਪੈ ਗਿਆ ਸੀ, ਇਸ ਰਾਹ ਵੱਲ ਨਾ ਜਾਈ, ਇਹ ਰਾਹ ਤੈਨੂੰ ਮੰਜ਼ਿਲ ਤੋਂ ਭਟਕਾ ਦੇਵੇਗਾ, ਤੂੰ ਭਟਕ ਜਾਏਗਾ, ਆਹ ਜਿਹੜੇ ਰਾਹ ਵੱਲ ਜਾ ਤੈਨੂੰ ਤੇਰੇ ਮੰਜ਼ਿਲ ਤੱਕ ਲੈ ਕੇ ਜਾਏਗਾ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਜੀਵਨ ਵਿੱਚ ਇੱਕ ਧਰਮ ਦਾ ਪੰਥ, ਇੱਕ ਧਰਮ ਦਾ ਰਾਹ ਹੈ। ਜੇ ਆਪਣੇ ਮਨ ਦੇ ਮਗਰ ਲੱਗ ਕੇ ਇਸ ਰਾਹ 'ਤੇ ਚੱਲਿਆ, ਸੱਚ ਜਾਣੀ, ਫਿਰ ਇਸ ਧਰਮ ਦੇ ਰਾਹ ਤੋਂ ਖੁੱਸਣ ਲੱਗਿਆਂ, ਭੁੱਲਣ ਲੱਗਿਆਂ, ਤੈਨੂੰ ਬਿਲਕੁਲ ਵੀ ਦੇਰ ਨਹੀਂ ਲੱਗਣੀ, ਭਟਕ ਜਾਏਗਾ। ਕਈ ਭਟਕ ਗਏ ਨੇ, ਭਟਕ ਚੁੱਕੇ ਨੇ ਤੇ ਭਟਕਦੇ ਆ ਰਹੇ ਨੇ ਤੇ ਭਟਕਣਗੇ। ਲੋਕਾਂ ਨੇ ਧਰਮ ਨੂੰ ਇੱਕ ਪਾਖੰਡ ਬਣਾ ਦਿੱਤਾ ਸੀ, ਲੋਕਾਂ ਨੇ ਧਰਮ ਨੂੰ ਕੱਟੜਵਾਦਤਾ ਬਣਾ ਦਿੱਤਾ ਸੀ।
ਕੋਈ ਕਹਿੰਦਾ ਸੀ ਹਵਨ ਕਰਨਾ ਧਰਮ ਹੈ, ਕੋਈ ਕਹਿੰਦਾ ਜਾਨਵਰਾਂ ਨੂੰ ਮਾਰਨਾ ਧਰਮ ਹੈ, ਕੋਈ ਕਹਿੰਦਾ ਜਾਨਵਰਾਂ ਨੂੰ ਨਾ ਮਾਰਨਾ ਧਰਮ ਹੈ। ਆਪੋ ਆਪਣੇ ਮਨ ਦੇ ਮਗਰ ਲੱਗ ਕੇ ਰਾਹ ਸਿਰਜ ਲਏ। ਕੋਈ ਕਹਿੰਦਾ ਨਹਾਉਣਾ ਧਰਮ ਹੈ ਤੇ ਕੋਈ ਕਹਿੰਦਾ ਨਾ ਨਹਾਉਣਾ ਧਰਮ ਹੈ। ਜੰਗਮ ਸਰੇਵੜੇ ਵੇਖ ਸਕਦੇ ਹੋ, ਕਹਿੰਦੇ ਨਹੀਂ ਨਹਾਉਂਦੇ ਅਸੀਂ, ਜੀਵ ਹੱਤਿਆ ਹੁੰਦੀ ਹੈ। ਕੋਈ ਕਹਿੰਦਾ ਇਸ਼ਨਾਨ ਕਰੋ। ਸਭਨਾਂ ਨੇ ਆਪਣੇ ਆਪਣੇ ਰਾਹ ਬਣਾ ਲਏ, ਜੈਸੀ ਮਤ ਦੇ ਤੈਸਾ ਪ੍ਰਗਾਸ। ਆਪਣੀ ਮਤ ਦੇ ਮਗਰ ਲੱਗ ਕੇ ਹਰੇਕ ਨੇ ਆਪੋ ਆਪਣਾ ਰਾਹ ਸਿਰਜ ਲਿਆ, ਪਰ ਸਤਿਗੁਰੂ ਜੀ ਕਹਿੰਦੇ ਮੂਲ ਦਾ ਕਿਸੇ ਨੂੰ ਪਤਾ ਹੀ ਨਹੀਂ। ਇੱਦਾਂ ਹੀ ਸੀ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਲੋਕ ਸੂਰਜ ਨੂੰ ਪਾਣੀ ਦੇਣਾ ਧਰਮ ਕਹਿ ਰਹੇ ਸਨ ਕਿ ਭਾਈ ਆਹ ਜਿਹੜਾ ਧਰਮ ਹੈ, ਗੁਰੂ ਨਾਨਕ ਸਾਹਿਬ ਜੀ ਨੇ ਅਸਲ ਰਾਹ ਦੀ ਪਛਾਣ ਕਰਵਾਈ, ਲੋਕਾਂ ਨੂੰ ਗਿਆਨ ਦੇ ਨਾਲ ਇਸ ਰਾਹ ਦੇ ਵਿੱਚ ਜੋੜਿਆ। ਭਾਈ ਗੁਰੂ ਨਾਨਕ ਦੇ ਪੰਥੀਓ, ਗੁਰੂ ਨਾਨਕ ਦੇ ਪੰਥੀਓ, ਧਰਮ ਦਾ ਰਾਹ ਆਏ, ਇਹਨੂੰ ਕਹਿੰਦੇ ਆ ਧਰਮ। ਕੱਪੜੇ ਪਾ ਕੇ ਲੋਕਾਂ ਨੂੰ ਅੰਦਰੇ ਅੰਦਰ ਘੁੱਟ ਘੁੱਟ ਕੇ ਮਾਰ ਦੇਣਾ ਧਰਮ ਨਹੀਂ ਹੁੰਦਾ। ਗੁਰੂ ਸਾਹਿਬ ਜੀ ਕਹਿੰਦੇ ਗੁਣ ਵੀ ਚੰਗੇ ਹੋਣੇ ਚਾਹੀਦੇ। ਸੱਜਣਾ ਨਾਮ ਸੱਜਣ ਰੱਖ ਲੈਣ ਦੇ ਨਾਲ, ਨਾਮ ਸੁਜਾਖਾ ਰੱਖ ਲੈਣ ਦੇ ਨਾਲ ਕੋਈ ਸਿਆਣਾ ਨਹੀਂ ਹੁੰਦਾ। ਕੰਮ ਵੀ ਸੁਜਾਖਿਆਂ ਵਾਲੇ ਹੋਣੇ ਚਾਹੀਦੇ। ਆਸਾ ਜੀ ਦੀ ਵਾਰ ਦਾ ਪਾਵਨ ਬਚਨ ਅਸੀਂ ਪੜ੍ਹ ਕੇ ਹਟੇ ਹਾਂ। ਸਤਿਗੁਰੂ ਜੀ ਕੀ ਕਹਿੰਦੇ? ਮਨ ਅੰਧਾ ਸੁਣ ਵੇਖੋ ਲੋਕਾ, ਇਹ ਵਿਡਾਣ ਵਿਡੰਬਣਾ ਹੈ ਸਾਡੇ ਸਮਾਜ ਦੀ। ਮਨ ਅੰਧਾ ਨਾਉ ਸੁਜਾਨ, ਅੰਦਰੋਂ ਮਨ ਅੰਨਾ ਹੈ, ਅੰਦਰੋਂ ਗਿਆਨ ਨਹੀਂ ਹੈ, ਲੇਕਿਨ ਨਾਮ ਸੁਜਾਨ ਰੱਖਿਆ, ਨਾਮ ਗਿਆਨੀ ਰੱਖਿਆ ਹੈ। ਲੋਕਾਂ ਨੇ ਇਹੋ ਜਿਹੇ ਰਾਹ ਅਖਤਿਆਰ ਕਰ ਲਏ। ਮੈਂ ਆਪਣੇ ਵਿਸ਼ੇ ਵੱਲ ਮੁੜ ਕੇ ਆਵਾਂ। ਕਈ ਕੋਟ ਪਾਤਾਲ ਕੇ ਵਾਸੀ, ਕਰੋੜਾਂ ਹੀ ਜੀਵ ਪਤਾਲ ਵਿੱਚ ਰਹਿ ਰਹੇ ਨੇ। ਉਹਨਾਂ ਨੂੰ ਰਿਜ਼ਕ ਦੇਣ ਵਾਲਾ, ਉਹਨਾਂ ਨੂੰ ਰਿਜ਼ਕ ਪਹੁੰਚਾਉਣ ਵਾਲਾ ਉਹ ਪਰਮਾਤਮਾ ਆਪ ਹੈ। ਅਸੀਂ ਕਿਸੇ ਨੂੰ ਰਿਜ਼ਕ ਨਹੀਂ ਦੇ ਸਕਦੇ, ਅਸੀਂ ਕਿਸੇ ਨੂੰ ਰੋਟੀ ਨਹੀਂ ਦੇ ਸਕਦੇ। ਰੋਟੀ ਦਾ ਜ਼ਰੀਆ ਬਣਾਉਣ ਵਾਲਾ ਉਹ ਪਰਮਾਤਮਾ ਆਪ ਹੈ। ਪੱਥਰਾਂ ਦੇ ਵਿੱਚ ਜਿੰਨੇ ਸੈਲ ਪੱਥਰ ਮੈਂ ਜੰਤ ਉਪਾਏ, ਤਾਂ ਕਾ ਰਿਜ਼ਕ ਆਗੇ ਕਰ ਧਰਿਆ। ਪੱਥਰਾਂ ਦੇ ਵਿੱਚ ਰਿਜ਼ਕ ਪੈਦਾ ਕਰਨ ਵਾਲਾ ਉਹ ਪਰਮਾਤਮਾ ਆਪ ਹੈ। ਕਈ ਕੋਟ ਨਰਕ ਸੁਰਗ ਨਿਵਾਸੀ, ਕਰੋੜਾਂ ਹੀ ਨਰਕਾਂ ਤੇ ਸੁਰਗਾਂ ਦੇ ਗੇੜ ਵਿੱਚ ਪਏ ਹੋਏ ਨੇ, ਸੁੱਖਾਂ ਤੇ ਦੁੱਖਾਂ ਦੀ ਵਿਚਾਰ ਵਿੱਚ ਪਏ ਹੋਏ ਨੇ। ਕਾਰਨ ਕੀ ਹੈ? ਜਿਸ ਕਾ ਤਨ ਮਨ ਧਨ ਸਭ ਤਿਸ ਕਾ। ਜਦੋਂ ਇਸ ਅਵਸਥਾ 'ਤੇ ਅਸੀਂ ਨਹੀਂ ਆਏ, ਜਦੋਂ ਇਸ ਵਿਚਾਰ 'ਤੇ ਅਸੀਂ ਨਹੀਂ ਆਏ, ਜਦੋਂ ਸਭ ਕੁਝ ਮਾਇਕ ਪਦਾਰਥ ਇਹ ਜੀਵਨ ਵਿੱਚ ਪ੍ਰਾਪਤੀਆਂ ਨੂੰ ਅਸੀਂ ਆਪਣਾ ਮੰਨ ਲਿਆ, ਅਸੀਂ ਨਰਕਾਂ ਤੇ ਸੁਰਗਾਂ ਦੇ ਗੇੜ 'ਚ ਪੈ ਗਏ। ਮੈਂ ਪਹਿਲਾਂ ਇੱਕ ਗੱਲ ਕਹੀ ਸੀ, ਸਰੀਰ ਮਨੁੱਖ ਦਾ ਹੈ ਪਰ ਜੀਵਨ ਅਸੀਂ ਜਾਨਵਰਾਂ ਦਾ ਜੀ ਰਹੇ ਹਾਂ। ਫॉर ਐਗਜ਼ਾਮਪਲ ਗੁਰਬਾਣੀ ਦੇ ਅੰਦਰੋਂ ਇੱਕ ਉਦਾਹਰਣ ਦੇ ਦੇਵਾਂ। ਸਤਿਗੁਰੂ ਜੀ ਮਹਾਰਾਜ ਕਹਿੰਦੇ ਹਨ, ਰੀ ਬਾਈ ਗੋਬਿੰਦ ਨਾਮ ਮਤ ਬੀਸਰੈ। ਹੇ ਭੈਣੇ, ਗੋਬਿੰਦ ਦਾ ਨਾਮ, ਪਰਮਾਤਮਾ ਦਾ ਨਾਮ ਮੇਰੇ ਅੰਦਰੋਂ ਨਾ ਵਿਸਰੇ। ਜੇ ਵਿਸਰ ਗਿਆ ਤੇ ਫਿਰ ਕੀ ਹੋਏਗਾ? ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਸਰਪ ਜੋਨ ਵੱਲ ਵੱਲ ਅਵਤਰੈ। ਅੰਤ ਕਾਲ ਜਿਹੜਾ ਮਨੁੱਖ ਆਪਣੇ ਅੰਦਰ ਦਾ ਅੰਤ, ਆਪਣੇ ਅੰਦਰ ਦੇ ਇਨਸਾਨ ਦਾ, ਮਨੁੱਖਤਾ ਦਾ, ਹਿਊਮੈਨਿਟੀ ਦਾ ਅੰਤ ਇਸ ਕਰਕੇ ਕਰ ਲਵੇ ਕਿ ਉਹਨੇ ਲక్ష్ਮੀ ਧਨ ਨੂੰ ਪ੍ਰਾਪਤ ਕਰਨਾ ਹੈ। ਰੀ ਬਾਈ ਉਹਦੇ ਅੰਦਰੋਂ ਗੋਬਿੰਦ ਨਾਮ ਵਿਸਰ ਗਿਆ। ਫਿਰ ਵੇਖ, ਸੱਪ ਬਣਿਆ ਲੋਕਾਂ ਨੂੰ ਡੰਗਦਾ ਫਿਰਦਾ ਈ। ਸਰਪ ਜੋਨ ਵੱਲ ਵੱਲ ਹੈ ਬੰਦਾ, ਸੁਭਾਅ ਸੱਪ ਵਾਲਾ ਜੇ, ਸੱਪ ਦੀ ਜੂਨ ਭੋਗ ਰਿਹਾ ਈ। ਅੰਦਰ ਜ਼ਹਿਰ ਹੈ ਸੱਪ ਦੇ, ਉਹ ਜ਼ਹਿਰ ਉਹਨੂੰ ਟਿਕਣ ਨਹੀਂ ਦੇ ਰਿਹਾ। ਸੱਪ ਜਿਹੜਾ ਹੁੰਦਾ ਨਾ, ਉਹਦਾ ਸੁਭਾਅ ਕੀ ਹੈ? ਉਹਦੇ ਅੰਦਰ ਜਿਹੜਾ ਜ਼ਹਿਰ, ਜਦੋਂ ਵਿਸ਼ ਭਰ ਜਾਂਦਾ ਹੈ, ਪੋਇਜ਼ਨ ਭਰ ਜਾਂਦਾ ਹੈ ਉਹਦੇ ਅੰਦਰ, ਤੇ ਉਹ ਪੋਇਜ਼ਨ ਉਹਨੂੰ ਅੰਦਰੋਂ ਤੜਫਾਉਂਦਾ ਹੈ ਕਿ ਹੁਣ ਇਸ ਜ਼ਹਿਰ ਨੂੰ ਕੱਢ ਕਿਸੇ ਨਾ ਕਿਸੇ ਤਰ੍ਹਾਂ, ਡੰਗ ਮਾਰ ਜਾਂ ਇਹਨਾਂ ਦੰਦਾਂ ਦੇ ਰਾਹੀਂ ਇਸ ਜ਼ਹਿਰ ਨੂੰ ਫੁੰਕਾਰ ਮਾਰ ਕੇ ਛੱਡ। ਬੰਦਾ ਵੀ ਤਾਂ ਇੱਦਾਂ ਹੀ ਕਰ ਰਿਹਾ। ਸਾਡੇ ਅੰਦਰ ਜਿਹੜਾ ਪ੍ਰੋਪਰਟੀ ਦਾ ਹੰਕਾਰ ਆ ਜਾਵੇ, ਪਦ ਦਾ ਹੰਕਾਰ, ਗਿਆਨ ਦਾ ਹੀ ਹੰਕਾਰ ਆ ਜਾਵੇ, ਸੁੰਦਰਤਾ ਦਾ ਹੰਕਾਰ ਆ ਜਾਵੇ, ਅਸੀਂ ਵੀ ਤਾਂ ਜ਼ਹਿਰੀਲੇ ਹੋ ਜਾਂਦੇ ਹਾਂ। ਲੋਕਾਂ ਨੂੰ ਡੰਗ ਮਾਰਦੇ ਫਿਰਦੇ ਹਾਂ, ਵੱਢਦੇ ਫਿਰਦੇ ਹਾਂ, ਉਹਨਾਂ ਨੂੰ ਕਤਲ ਕਰਨ ਤੱਕ ਜਾਂਦੇ ਹਾਂ। ਤੇ ਗੁਰੂ ਸਾਹਿਬ ਜੀ ਕਹਿੰਦੇ ਆਹ ਸੱਪ ਨਹੀਂ ਹੈ, ਸਰਪ ਜੋਨ ਵੱਲ ਵੱਲ ਅਵਤਰ ਹੈ। ਅੰਤਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ।
ਵੈਸ਼ਵਾ ਜੋਨ ਵੱਲ ਵੱਲ। ਹੁਣ ਸਾਧ ਸੰਗਤ ਜੀ, ਵੈਸ਼ਵਾ ਦੀ ਕੋਈ ਜੋਨ ਨਹੀਂ ਜੀ ਹੁੰਦੀ, ਹੈ ਉਹ ਵੀ ਇਨਸਾਨ, ਪਰ ਕਰਮ ਜਿਹੜੇ ਹਨ ਉਹ ਉਹਦੇ ਆਪੋਜ਼ਿਟ ਨੇ। ਇਨਸਾਨ ਦੀ ਜੁਨੀ ਵਿੱਚ ਹੀ ਹੈ ਨਾ ਵੈਸ਼ਵਾ ਵੀ। ਤੇ ਗੁਰੂ ਸਾਹਿਬ ਜੀ ਕਹਿੰਦੇ ਬੰਦਾ ਬਣ ਕੇ ਤੂੰ ਵੈਸ਼ਵਾ ਦੀ ਜੂਨੀ ਵਿੱਚ ਪਿਆ ਹੈ। ਇਹਦਾ ਮਤਲਬ ਹੈ ਗੁਰੂ ਸਾਹਿਬ ਜੀ 84 ਲੱਖ ਵਾਲੀ ਜੋਨ ਦੀ ਗੱਲ ਤਾਂ ਕਰ ਰਹੇ ਨੇ, ਪਰ ਗੁਰੂ ਸਾਹਿਬ ਜੀ ਕਹਿੰਦੇ ਬੰਦਾ ਬਣਦਿਆਂ ਹੋਇਆ ਇਸ 84 ਲੱਖ 'ਚ ਪਿਆ ਹੈ। ਇਸ 84 ਲੱਖ ਜੂਨ ਨੂੰ ਤੂੰ ਇਸ ਜਨਮ ਦੇ ਅੰਦਰ ਹੀ ਭੋਗ ਰਿਹਾ ਹੈ, ਕੋਈ ਵੱਖਰਾ ਨਹੀਂ ਹੈ। ਇੱਦਾਂ ਨਹੀਂ ਹੈ ਕਿ ਬੰਦਾ ਹੈ ਤੇ ਤੂੰ ਖੋਤਾ ਬਣ ਗਿਆ, ਹੈ ਬੰਦਾ ਲੇਕਿਨ ਸੁਭਾਅ ਤੇਰਾ ਖਰ ਵਰਗਾ ਹੈ। ਨਾਨਕ ਤੇ ਨਰ ਅਸਲ ਖਾਰ, ਖਾਰ ਕਹਿੰਦੇ ਨੇ ਖੋਤੇ ਨੂੰ। ਜੇ ਬਿਨ ਗੁਣ ਗਰਭ ਕਰੰਤ, ਜਿਹੜੇ ਬਿਨਾਂ ਗੁਣਾਂ ਤੋਂ ਹੀ ਹੰਕਾਰ ਚੁੱਕੀ ਫਿਰਦੇ ਨੇ, ਗੁਰੂ ਸਾਹਿਬ ਜੀ ਕਹਿੰਦੇ ਅਸਲ ਵਿੱਚ ਉਹ ਖੋਤੇ ਨੇ। ਮੇਰੇ ਵਚਨ ਤਾਂ ਨਹੀਂ, ਗੁਰੂ ਸਾਹਿਬ ਜੀ ਦੇ ਨੇ ਨਾ। ਲੱਭ ਕੁੱਤਾ ਕੂੜ ਚੂਹੜਾ, ਠੱਗ ਖਾਦਾ ਮੁਰਦਾਰ, ਪਰ ਨਿੰਦਾ ਪਰ ਮਲ ਮੁਖ ਸ਼ੁੱਧੀ, ਅਗਨ ਕ੍ਰੋਧ ਚੰਡਾਲ। ਕਿਉਂਕਿ ਸਤਿਗੁਰੂ ਜੀ ਕਹਿੰਦੇ ਰਸ ਕਾ ਸੇ ਆਪ ਸਲਾਹਣਾ, ਇਹ ਕਰਮ ਮੇਰੇ ਕਰਤਾਰ ਕਰਤਾਰ। ਮੇਰੇ ਕਰਮ ਇਹੋ ਜਿਹੇ ਹੋ ਗਏ ਨੇ ਕਿ ਮੈਂ ਜਦੋਂ ਲੋਭੀ ਬਣ ਜਾਂਦਾ ਹਾਂ ਉਦੋਂ ਮੇਰੇ ਅੰਦਰ ਇੱਕ ਕੁੱਤੇ ਵਰਗਾ ਸੁਭਾਅ ਪੈਦਾ ਹੋ ਜਾਂਦਾ ਹੈ। ਮੈਂ ਲੋਕਾਂ ਨੂੰ ਵੱਢਦਾ ਫਿਰਦਾ ਹੈ। ਜਿਹੜਾ ਕੁੱਤਾ ਹਲਕ ਜਾਂਦਾ ਹੈ ਨਾ, ਹਲਕਾ ਹੋ ਜਾਂਦਾ ਕੁੱਤੇ ਨੂੰ, ਉਹ ਇਹ ਨਹੀਂ ਵੇਖਦਾ ਕਿ ਆ ਮੇਰੇ ਸਾਥੀ ਨੇ, ਆ ਮੇਰਾ ਮਾਲਕ ਹੈ। ਜਿਹੜਾ ਉਹਦੇ ਸਾਹਮਣੇ ਅੱਗੇ ਹੁੰਦਾ ਉਹਨੂੰ ਵੱਢ ਦਿੰਦਾ। ਜਦੋਂ ਬੰਦੇ ਨੂੰ ਹਲਕਾ ਹੋ ਜਾਂਦਾ ਹੈ ਨਾ, ਪੈਸੇ ਦਾ ਹਲਕਾ ਹੋ ਜਾਂਦਾ, ਗਰਭ ਹੋ ਜਾਂਦਾ ਹੈ, ਇਹ ਆਪਣੀ ਮਾਂ, ਆਪਣੀ ਭੈਣ, ਆਪਣੀ ਪਤਨੀ, ਆਪਣੇ ਰਿਸ਼ਤੇਦਾਰਾਂ ਨੂੰ ਵੀ ਵੱਢਣ ਤੋਂ ਗੁਰੇਜ਼ ਨਹੀਂ ਜੇ ਕਰਦਾ। ਕਈ ਉਦਾਹਰਨਾਂ ਸਾਡੀਆਂ ਅਖਬਾਰਾਂ ਵਿੱਚ, ਸਾਡੀਆਂ ਨਿਊਜ਼ਾਂ ਵਿੱਚ, ਸਾਡੇ ਸਮਾਜ ਵਿੱਚ ਪ੍ਰਤੱਖ ਨੇ, ਕਿਤਿਓਂ ਹੋਰੋਂ ਪ੍ਰਮਾਣ ਲੈਣ ਦੀ ਲੋੜ ਨਹੀਂ। ਕਈ ਕੋਟ ਨਰਕ ਸੁਰਗ ਨਿਵਾਸੀ, ਕਰੋੜਾਂ ਹੀ ਇਹਨਾਂ ਨਰਕ ਤੇ ਸੁਰਗ ਨੂੰ ਭੋਗ ਰਹੇ ਨੇ। ਇੱਥੇ ਜ਼ਿਕਰਯੋਗ ਹੈ, ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਹ ਗੱਲ ਲਿਖੀ ਹੈ। ਭਾਵ ਦੇ ਵਿੱਚ ਗੱਲ ਕੀਤੀ ਹੈ, ਦੁਖੀ ਤੇ ਸੁਖੀ ਹਨ। ਸਭ ਤੋਂ ਵੱਡਾ ਦੁੱਖ ਵਿਛੋੜੇ ਦਾ ਜੇ, ਤੇ ਜ਼ਿੰਦਗੀ ਅੰਦਰ ਦੁੱਖ ਹੀ ਵਿਛੋੜੇ ਦਾ ਹੁੰਦਾ ਹੈ। ਅਸੀਂ ਕਿਸੇ ਇੱਕ ਚੀਜ਼ ਦੇ ਨਾਲ ਅਟਰੈਕਟ ਹੁੰਦੇ ਹਾਂ ਤੇ ਦੂਸਰੀ ਚੀਜ਼ ਦੇ ਨਾਲ ਡਿਸਟਰੈਕਟ ਹੋ ਜਾਂਦੇ ਹਾਂ, ਟੁੱਟ ਜਾਂਦੇ ਹਾਂ। ਉਦਾਹਰਣ ਸਰੂਪ ਅਸੀਂ ਆਪਣੀ ਜ਼ਿੰਦਗੀ ਦੇ ਅੰਦਰ ਝਾਤੀ ਮਾਰ ਕੇ ਦੇਖ ਸਕਦੇ ਹਾਂ। ਅਸੀਂ ਸੁੱਖ ਨਾਲੋਂ ਟੁੱਟ ਕੇ ਦੁੱਖ ਨਾਲ ਜੁੜ ਗਏ, ਅੰਮ੍ਰਿਤ ਨਾਲੋਂ ਟੁੱਟ ਕੇ ਜ਼ਹਿਰ ਨਾਲ ਜੁੜ ਗਏ, ਤੇ ਸਤਿਗੁਰੂ ਜੀ ਕਹਿੰਦੇ ਫਿਰ ਦੁੱਖ ਤਾਂ ਆਏਗਾ ਨਾ ਭਾਈ। ਸੱਚ ਨਾਲੋਂ ਟੁੱਟ ਕੇ ਕੱਚ ਨਾਲ ਜੁੜਨਾ ਹੀ ਤੇਰੇ ਜੀਵਨ ਦਾ ਦੁੱਖ ਹੈ। ਦੁੱਖ ਤਾਂ ਵਿਆਪਦਾ ਹੈ ਨਾ ਜਦੋਂ ਇੱਕ ਚੀਜ਼ ਨਾਲ ਸਾਡਾ ਵਿਛੋੜਾ ਹੋ ਰਿਹਾ ਹੈ ਤੇ ਦੂਸਰੀ ਚੀਜ਼ ਨਾਲ ਆਲਰੇਡੀ ਸਾਡਾ ਮਿਲਾਪ ਹੋ ਚੁੱਕਿਆ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਪਰਮਾਤਮਾ ਦੇ ਗੁਣਾਂ ਨਾਲੋਂ ਤੇਰਾ ਵਿਛੋੜਾ ਹੋ ਗਿਆ ਤੇ ਤੇਰਾ ਹੰਕਾਰ, ਕਾਮ, ਕ੍ਰੋਧ, ਲੋਭ, ਮੋਹ ਦੇ ਨਾਲ ਮਿਲਾਪ ਹੋ ਗਿਆ, ਯਾਦ ਰੱਖੀ ਜੀਵਨ ਵਿੱਚ ਤੂੰ ਦੁੱਖ ਭੋਗੇਗਾ। ਇੱਕ ਪਤਨੀ ਆਪਣੇ ਪਤੀ ਤੋਂ ਵਿਛੋੜਾ ਕਰਕੇ ਜੇ ਹੋਰਾਂ ਦੀ ਆਸ ਰੱਖੇ ਤੇ ਜ਼ਿੰਦਗੀ ਅੰਦਰ ਦੁੱਖ ਭੋਗਦੀ ਹੈ, ਉਹਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਹੇ ਜੀਵ ਇਸਤਰੀਏ, ਹੇ ਗੁਰਮੁਖੋ, ਹੇ ਸੱਜਣੋ, ਇੱਦਾਂ ਹੀ ਸਾਡਾ ਜੀਵਨ ਹੈ। ਤੇ ਗੁਰੂ ਸਾਹਿਬ ਜੀ ਨੇ ਪਾਵਨ ਬਾਣੀ 12 ਮਾਹ ਦੇ ਅੰਦਰ ਵਿਚਾਰ ਦਿੱਤੀ ਹੈ ਕਿ ਮੇਰੇ ਜੀਵਨ ਦੇ ਅੰਦਰ ਦੁੱਖਾਂ ਦਾ ਕਾਰਨ ਕੀ ਹੈ। ਮੈਂ ਰਾਮ ਨਾਲ ਵਿਛੜੀ ਹੋਈ ਹਾਂ, ਮੇਰੇ ਕਰਮ ਮਾੜੇ ਹੋ ਗਏ ਨੇ। ਜਿਸ ਪ੍ਰਕਾਰ ਇੱਕ ਫਸਲ ਹਰੀ ਭਰੀ ਲਹਿਰਦੀ ਹੋਈ ਫਸਲ ਪਾਣੀ ਦੇ ਨਾਲੋਂ ਵਿਛੜ ਜਾਵੇ, ਸੁੱਕ ਜਾਂਦੀ ਹੈ ਨਾ। ਜਲ ਬਿਨ ਸਾਖ ਕੁਮਲਾਵਤੀ, ਉਪਜੈ ਨਾ ਹੀ ਦਾਮ, ਉਹਦਾ ਮੁੱਲ ਨਹੀਂ ਕੁਝ ਹੁੰਦਾ। ਇਸੇ ਪ੍ਰਕਾਰ ਮੇਰੀ ਜ਼ਿੰਦਗੀ ਹੈ। ਮੈਂ ਹੇ ਗੋਬਿੰਦ ਤੇਰੇ ਨਾਮ ਦੇ ਨਾਲੋਂ ਵਿਸਰ ਜਾਵਾਂ, ਤੇਰੇ ਨਾਮ ਦੇ ਨਾਲੋਂ ਦੂਰ ਹੋ ਜਾਵਾਂ, ਤੇ ਮੇਰਾ ਮੁੱਲ ਉਸ ਫਸਲ ਵਰਗਾ ਹੋ ਜਾਂਦਾ ਜਿਵੇਂ ਉਹ ਫਸਲ ਪਾਣੀ ਤੋਂ ਬਗੈਰ ਸੁੱਕ ਚੁੱਕੀ ਹੈ। ਜਿਸ ਪ੍ਰਕਾਰ ਇੱਕ ਗਾਂ, ਇੱਕ ਪਸ਼ੂ, ਇੱਕ ਦੁਧਾਰੂ ਪਸ਼ੂ ਦੁੱਧ ਦੇਣਾ ਬੰਦ ਕਰ ਦਿੰਦਾ ਹੈ ਉਹ ਪਸ਼ੂ ਚਾਰਾ ਵੀ ਖਾ ਰਿਹਾ, ਉਹਦੀ ਸੇਵਾ ਵੀ ਹੋ ਰਹੀ, ਪਰ ਦੁੱਧ ਨਹੀਂ ਦੇ ਰਿਹਾ। ਉਹਦੇ ਅੰਦਰ ਗੁਣ, ਉਹਦੇ ਅੰਦਰ ਕੁਆਲਿਟੀ ਸੀ ਕਿ ਉਹ ਦੁੱਧ ਦਿੰਦਾ, ਉਹਦੀ ਸੇਵਾ ਹੁੰਦੀ ਹੈ। ਜਦੋਂ ਦੁੱਧ ਦੇਣ ਤੋਂ ਆਕੀ ਹੋ ਜਾਵੇ ਉਦੋਂ ਲੋਕ ਉਹਨੂੰ ਛੱਡ ਦਿਆ ਕਰਦੇ ਹੈ। ਹੇ ਗੋਬਿੰਦ, ਮੇਰੀ ਜ਼ਿੰਦਗੀ ਵੀ ਇਹੋ ਜਿਹੀ ਹੋ ਗਈ ਹੈ। ਮੇਰੇ ਨਾਲੋਂ ਤਾਂ ਪਸ਼ੂ ਚੰਗੇ ਨੇ, ਘਾਹ ਫੂਸ ਖਾਂਦੇ ਨੇ, ਦੁੱਧ ਤਾਂ ਦਿੰਦੇ ਨੇ ਨਾ।
ਸਤਿਗੁਰੂ ਜੀ ਮਹਾਰਾਜ ਕਹਿੰਦੇ ਹਨ, ਪਸ਼ੂ ਮਿਲੇ ਚੰਗਿਆਈਆਂ, ਖਲ ਖਾਵੈ ਅੰਮ੍ਰਿਤ ਦੇ। ਅੰਮ੍ਰਿਤ ਕਹਿੰਦੇ ਦੁੱਧ ਨੂੰ, ਅੰਮ੍ਰਿਤ ਤਾਂ ਦਿੰਦੇ ਨਹੀਂ ਨਾ। ਨਾਮ ਵਿਹੂਣੇ ਆਦਮੀ, ਧ੍ਰਿਗ ਜੀਵਨ ਕਰਮ ਕਰੇ। ਨਾਮ ਤੋਂ ਵਿਹੂਣੇ, ਨਾਮ ਤੋਂ ਊਣੇ ਝੂਣੇ ਮਨੁੱਖ ਤ੍ਰਿਕਾਰ ਯੋਗ ਜੀਵਨ ਦੇ ਵਿੱਚ ਕਰਮ ਕਮਾ ਰਹੇ ਨੇ, ਤਿਨਾਂ ਨਾਲੋਂ ਤਾਂ ਪਸ਼ੂ ਚੰਗੇ ਨੇ। ਤੇ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਕਈ ਕੋਟ ਨਾਮ ਤੋਂ ਟੁੱਟੇ ਹੋਏ ਕਰੋੜਾਂ ਹੀ ਨਰਕ ਸੁਰਗ ਨਿਵਾਸੀ, ਨਰਕਾਂ ਤੇ ਸੁਰਗਾਂ ਦੇ ਵਿੱਚ ਫਸੇ ਨੇ। ਕਈ ਕੋਟ ਜਨਮੈ ਜੀਵੈ ਮਰੈ, ਜਨਮਦੇ ਨੇ, ਜਿਉਂਦੇ ਨੇ ਤੇ ਮਰ ਜਾਂਦੇ ਨੇ। ਸਰੀਰਕ ਤੌਰ ਤੇ, ਆਤਮਿਕ ਤੌਰ ਤੇ ਉਹਨਾਂ ਦਾ ਜਨਮ ਹੁੰਦਾ ਹੈ ਤੇ ਉਹਨਾਂ ਦੀ ਮੌਤ ਵੀ ਉਸੇ ਸਮੇਂ ਹੋ ਜਾਂਦੀ ਹੈ। ਹੁਣ ਇਹਦਾ ਕਾਰਨ ਕੀ ਹੈ? ਗੁਰੂ ਸਾਹਿਬ ਜੀ ਮਹਾਰਾਜ ਇੱਥੇ ਸਾਨੂੰ ਇਹ ਸਮਝਾਉਣਾ ਨਹੀਂ ਚਾਹੁੰਦੇ ਕਿ ਸਰੀਰ ਜੰਮਦਾ ਹੈ ਤੇ ਸਰੀਰ ਮਰ ਜਾਂਦਾ ਹੈ। ਨਹੀਂ, ਸਰੀਰ ਨੇ ਤਾਂ ਜੰਮਣਾ ਤੇ ਸਰੀਰ ਨੇ ਤਾਂ ਮਰਨਾ। ਇਹ ਤਾਂ ਅਟਲ ਨਿਯਮ ਹੈ, ਇਹ ਤਾਂ ਹੁਕਮ ਹੈ। ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਜ ਕੇ ਕਾਲ, ਅੱਜ ਜਾਂ ਕੱਲ ਉਹਨੇ ਖਤਮ ਹੋ ਜਾਣਾ, ਐਕਸਪਾਇਰ ਹੋ ਜਾਣਾ। ਗੁਰੂ ਸਾਹਿਬ ਜੀ ਨੇ ਇਹ ਨਹੀਂ ਸਮਝਾਇਆ। ਸਤਿਗੁਰੂ ਜੀ ਮਹਾਰਾਜ ਡੂੰਘਾਈ ਅੰਦਰ ਜਾਂਦੇ ਨੇ। ਸਤ ਸੰਗਤ ਜੀ, ਸਮੁੰਦਰ ਦਾ ਕਦੀ ਅੰਤ ਨਹੀਂ ਹੁੰਦਾ, ਕਿਤਿਓਂ ਗਹਿਰਾ ਹੁੰਦਾ, ਕਿਤਿਓਂ ਉੱਪਰਾ ਹੁੰਦਾ। ਸਤਿਗੁਰੂ ਜੀ ਮਹਾਰਾਜ ਇਸ ਕਰਕੇ ਪਹਿਲਾਂ ਹੀ ਆਪਣੀਆਂ ਪੰਕਤੀਆਂ ਅੰਦਰ ਕਹਿੰਦੇ, ਤੂੰ ਮੇਰੋ ਮੇਰ ਪਰਬਤ ਸੁਆਮੀ। ਤੂੰ ਡਾਢਾ ਉੱਚਾ ਵੀ ਬੜਾ ਹੈ, ਪਰ ਇੱਕ ਜਗ੍ਹਾ ਸਤਿਗੁਰੂ ਜੀ ਮਹਾਰਾਜ ਕਹਿੰਦੇ ਹਨ, ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਾਹਾਂ। हे ਸਤਿਗੁਰੂ, ਤੂੰ ਵਿਸ਼ਾਲ ਸਮੁੰਦਰ ਹੈ, ਦਰਿਆ ਹੈ, ਮੈਂ ਇੱਕ ਮਛਲੀ ਤੇਰਾ ਅੰਤ ਨਹੀਂ ਲੈ ਸਕਦੀ। ਇਸ ਕਰਕੇ ਮੈਂ ਪਹਿਲਾਂ ਹੀ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦਾ, ਹੋ ਸਕਦਾ ਜੋ ਵਾਜਬ ਅਰਥ ਹਨ, ਜੋ ਆਪਣੀ ਮੱਤ ਨਾਲ ਕੀਤੇ, ਹੋ ਸਕਦਾ ਉਹ ਵਾਜਬ ਨਾ ਹੋਣ। ਇਹ ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ, ਆਪਣੀ ਬਾਣੀ ਦੀ ਵਿਚਾਰ ਆਪ ਕਰਵਾਉਣ। ਗੁਰੂ ਸਾਹਿਬ ਜੀ ਦੀ ਬਖਸ਼ਿਸ਼, ਗੁਰੂ ਸਾਹਿਬ ਜੀ ਦੀ ਮਿਹਰ ਹੈ। ਕਹਿੰਦੇ ਹਨ, ਕਈ ਕੋਟ ਜਨਮੈ ਜੀਵੈ ਮਰੈ, ਜਨਮਦੇ ਨੇ ਤੇ ਮਰ ਜਾਂਦੇ ਨੇ। ਆਵਾਗਵਨ ਹੋਤ ਹੈ ਫੁਨ ਫੁਨ, ਇਹ ਪ੍ਰਸੰਗ ਨਾ ਟੁੱਟੈ। ਇਹ ਪ੍ਰਸੰਗ ਟੁੱਟ ਨਹੀਂ ਰਿਹਾ, ਆਵਾਗਮਨ ਹੋ ਰਿਹਾ ਹੈ, ਜੀਵਨ ਮਰਨ ਹੋ ਰਿਹਾ ਹੈ। ਅਸੀਂ ਇੱਕ ਵਾਰ ਜਨਮੇ ਆ ਸਰੀਰ ਕਰਕੇ, ਤੇ ਇੱਕੇ ਵਾਰ ਸਾਨੂੰ ਮੌਤ ਆਉਣੀ। ਅਸੀਂ ਬਾਰ-ਬਾਰ ਜਨਮਦੇ ਤੇ ਮਰਦੇ ਨਹੀਂ, ਪਰ ਗੁਰਬਾਣੀ ਕਹਿੰਦੀ ਬਾਰ-ਬਾਰ ਜਨਮ ਮਰਨ ਹੋ ਰਿਹਾ। ਇਹਦਾ ਮਤਲਬ ਹੈ ਸਤਿਗੁਰੂ ਜੀ ਮਹਾਰਾਜ ਭਾਵ ਵਿੱਚ ਗੱਲ ਕਰ ਰਹੇ ਨੇ। ਤਿੰਨ ਪ੍ਰਕਾਰ ਦੀਆਂ ਮੌਤਾਂ ਗੁਰਬਾਣੀ ਦੇ ਅੰਦਰ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਵਿਖਿਆਨ ਰੂਪ ਦੇ ਵਿੱਚ ਸਾਨੂੰ ਦਿੱਤੀਆਂ ਨੇ। ਪਹਿਲੀ ਮੌਤ ਹੈ ਕਿ ਜਿਹੜੀ ਅਟਲ ਹੈ, ਜਿਹਦੇ ਉੱਪਰ ਕਿਸੇ ਦਾ ਵੀ ਹੁਕਮ, ਜਿਹਦੇ ਉੱਪਰ ਕਿਸੇ ਦਾ ਵੀ ਜ਼ੋਰ ਨਹੀਂ ਚੱਲਦਾ, ਉਹ ਮੌਤ ਹੈ ਸਰੀਰ ਦੀ ਮੌਤ। ਪੀਰ ਪੈਗੰਬਰ ਔਲੀਏ ਕੋ ਥਿਰ ਨਾ ਰਹਾਸੀ, ਕੋਈ ਵੀ ਇੱਥੇ ਥਿਰ ਨਹੀਂ ਰਿਹਾ। ਨਾ ਮੈਂ ਰਹਿਣਾ ਹੈ, ਨਾ ਮੇਰੇ ਤੋਂ ਪਹਿਲਾਂ ਜਿਹੜੇ ਬੈਠੇ ਸਨ ਉਹਨਾਂ ਰਹਿਣਾ ਹੈ, ਨਾ ਆਉਣ ਵਾਲਿਆਂ ਨੇ ਰਹਿਣਾ ਹੈ। ਕੋਈ ਇੱਥੇ ਸਥਿਰ ਨਹੀਂ ਹੈ। ਜੋ ਜਨਮੈ ਸੋ ਜਾਨੋ ਮੂਆ, ਜਿਹੜਾ ਜਨਮਿਆ ਉਹਨੇ ਮਰ ਜਾਣਾ ਹੈ। ਇਹ ਸਰੀਰ ਦੀ ਮੌਤ ਅਟਲ ਹੈ, ਇਹਨੂੰ ਬਦਲਿਆ ਨਹੀਂ ਜਾ ਸਕਦਾ। ਦੂਸਰੀ ਮੌਤ ਸਤਿਗੁਰੂ ਜੀ ਮਹਾਰਾਜ ਜੀ ਨੇ ਆਖਿਆ ਕਿਹੜੀ ਹੈ? ਉਹ ਹੈ ਜ਼ਮੀਰ ਦੀ ਮੌਤ, ਉਹ ਹੈ ਆਤਮਾ ਦੀ ਮੌਤ, ਉਹ ਹੈ ਵਿਚਾਰ ਦੀ ਮੌਤ। ਇਹ ਦੂਸਰੀ ਮੌਤ ਹੈ। ਬੰਦਾ ਕਿਤੇ ਵੀ ਬੈਠੇ ਹੋਏ ਆਪਣੇ ਵਿਚਾਰਾਂ ਦੇ ਵਿੱਚ ਨਵਾਂ ਜਨਮ ਧਾਰਨ ਕਰਦਾ ਹੈ। ਉਹਨਾਂ ਵਿਚਾਰਾਂ ਦੇ ਅਨੁਸਾਰ ਮਨੁੱਖ ਦੇ ਅੰਦਰ ਇੱਕ ਨਵੀਂ ਉਤਪੱਤੀ, ਇੱਕ ਨਵਾਂ ਸੰਸਾਰ ਪੈਦਾ ਹੁੰਦਾ ਹੈ। ਲੇਕਿਨ ਕੁਝ ਪਲ ਦੀ ਉਹ ਵਿਚਾਰ ਹੁੰਦੀ ਹੈ, ਕੁਝ ਪਲ ਦਾ ਉਹ ਸੰਸਾਰ ਹੁੰਦਾ ਹੈ, ਤੇ ਆਪਣੇ ਬਣਾਏ ਸੰਸਾਰ ਨੂੰ ਇਹ ਮਨੁੱਖ ਆਪ ਹੀ ਖਤਮ ਕਰ ਲੈਂਦਾ ਹੈ। ਕੋਈ ਮਨੁੱਖ ਇਮਾਨਦਾਰ ਹੋਵੇ, ਚਾਰ ਬੇਈਮਾਨ ਉਹਦੇ ਲਾਗੇ ਬੈਠੇ ਹੋਣ, ਉਹਦੀ ਇਮਾਨਦਾਰੀ ਨੂੰ ਖਤਮ ਕਰਨ ਲੱਗਿਆਂ ਉਹਨਾਂ ਨੂੰ ਪਲ ਨਹੀਂ ਲੱਗੇਗਾ। ਪਰ ਹਾਂ, ਜੇ ਉਹਦੇ ਅੰਦਰ ਟੇਕ ਆਸਰਾ ਗੁਰੂ ਦਾ ਹੈ ਤੇ ਉਹ ਵੀ ਖਤਮ ਨਹੀਂ ਹੋ ਸਕਦਾ। ਇਹ ਹੈ ਵਿਚਾਰਾਂ ਦੀ ਮੌਤ। ਅਸੀਂ ਵੀ ਮਰਦੇ ਹਾਂ, ਸਾਰੇ ਹੀ ਮਰਦੇ ਨੇ, ਰੋਜ਼ ਮਰਦੇ ਹਾਂ। ਸਵੇਰੇ ਉੱਠ ਕੇ ਮਰਦੇ ਹਾਂ, ਸ਼ਾਮ ਨੂੰ ਸੌਣ ਲੱਗੇ ਹਾਂ ਮਰਦੇ ਹਾਂ। ਹੋ ਸਕਦਾ ਹੈ ਅਸੀਂ ਲੱਖਾਂ ਰੁਪਈਆ ਵੇਖ ਕੇ ਡੁੱਲ ਗਏ ਨਾ, ਹੋ ਸਕਦਾ ਕੁਝ ਪੈਸਿਆਂ ਉੱਪਰ ਸਾਡਾ ਮਨ ਡੋਲ ਜਾਵੇ, ਅਸੀਂ ਮਰ ਜਾਈਏ। ਮਰਨ ਤੋਂ ਭਾਵ ਹੈ ਅਸੀਂ ਆਪਣੀ ਵਿਚਾਰ ਨੂੰ ਬਦਲ ਦਿੰਦੇ ਹਾਂ, ਆਪਣੇ ਜੀਵਨ ਨੂੰ, ਆਪਣੀ ਆਈਡੀਓਲੋਜੀ ਨੂੰ, ਆਪਣੀ ਮੈਂਟਲਿਟੀ ਨੂੰ ਮਾਰ ਦਿੰਦੇ ਹਾਂ।
ਜਿਹਨੂੰ ਕਹਿ ਦਿੰਦੇ ਨੇ ਇਨਸਾਨੀਅਤ ਦਾ ਮਰ ਜਾਣਾ। ਜਦੋਂ ਇੱਕ ਚੀਜ਼ ਮਰੇਗੀ ਦੂਸਰੀ ਚੀਜ਼ ਦਾ ਜਨਮ ਹੋਏਗਾ। ਜਦੋਂ ਸਾਡੇ ਅੰਦਰ ਇਨਸਾਨ ਮਰੇਗਾ ਉਦੋਂ ਸਾਡੇ ਅੰਦਰ ਜਾਨਵਰ ਦਾ ਜਨਮ ਹੋਏਗਾ, ਜਿਹਨੂੰ ਸਤਿਗੁਰੂ ਜੀ ਕਹਿੰਦੇ ਪਸ਼ੂ ਨਰੂ ਮਰੈ ਨਰ ਕਾਮ ਨਾ ਆਵੈ। ਨਰ ਮਰ ਜਾਵੇ, ਬੰਦਾ ਮਰ ਜਾਵੇ ਤੇ ਕਿਸੇ ਦੇ ਕੰਮ ਨਹੀਂ ਆਉਂਦਾ। ਪਸ਼ੂ ਮਰੈ 10 ਕਾਜ ਸਵਾਰੈ। ਜਦੋਂ ਪਸ਼ੂ ਮਰ ਜਾਂਦਾ ਹੈ 10 ਦੇ ਕਾਜ ਸਵਾਰ ਦਿੰਦਾ ਹੈ। ਹੁਣ ਇਹਦਾ ਮਤਲਬ ਇਹ ਨਹੀਂ ਸੀ ਕਿ ਸਰੀਰਕ ਤੌਰ 'ਤੇ ਨਰੂ ਮਰ ਜਾਂਦਾ ਹੈ ਜਾਂ ਪਸ਼ੂ ਮਰ ਜਾਂਦਾ ਹੈ। ਵਿਚਾਰ ਤਾਂ ਆਤਮਾ ਦੀ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਤੇਰੇ ਅੰਦਰ ਬੰਦਗੀ ਮਰ ਗਈ, ਤੇਰੇ ਅੰਦਰੋਂ ਇਨਸਾਨ ਬੰਦਾ ਹੀ ਮਰ ਗਿਆ, ਤੇਰੇ ਅੰਦਰ ਤੱਤ ਮਰ ਗਿਆ, ਫਿਰ ਭਾਈ ਤੂੰ ਕਿਸੇ ਦੇ ਕੰਮ ਨਹੀਂ ਆਉਂਦਾ। ਫਿਰ ਤੈਨੂੰ ਆਪਣੀਆਂ ਤੇ ਪਰਾਈਆਂ ਦੇ ਵਿੱਚ ਕੋਈ ਫਰਕ ਨਹੀਂ ਨਜ਼ਰ ਆਉਂਦਾ। ਸਾਰਿਆਂ ਦਾ ਇੱਦਾਂ ਅੱਖਾਂ ਦੇ ਨਾਲ ਨੰਗੇਜ ਵੇਖ ਲੈਣਾ ਹੈ। ਫਿਰ ਤੇਰੇ ਕੰਨ ਚੰਗਾ ਸੁਣਨੋਂ ਬੰਦ ਹੋ ਜਾਂਦੇ ਨੇ, ਇਹ ਜ਼ੁਬਾਨ ਚੰਗਾ ਬੋਲਣੋਂ ਹਟ ਜਾਂਦੀ, ਕਿਉਂਕਿ ਤੂੰ ਮਰ ਚੁੱਕਿਆ ਹੈ। ਤੇਰੇ ਅੰਦਰ ਹੁਣ ਜਾਨਵਰ ਬੈਠਾ ਹੈ। ਸਮਾਜ ਵਿੱਚ ਇਹੋ ਜਿਹੇ ਕਈ ਜਾਨਵਰ ਨੇ, ਕਈ ਤੁਰੇ ਫਿਰਦੇ ਨੇ। ਇਸੇ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਗੁਰੂ ਦਾ ਟੇਕ ਆਸਰਾ ਲੈ। ਗੁਰੂ ਤੈਨੂੰ ਜਿਨ ਮਾਨਸ ਤੇ ਦੇਵਤੇ ਕੀਏ, ਜਿੰਨੇ ਮਨੁੱਖਾਂ ਤੋਂ ਦੇਵਤੇ ਬਣਾ ਦੇਣਾ, ਇਹਦਾ ਆਸਰਾ ਲੈ। ਕਰਤ ਨ ਲਾਗੀ ਵਾਰ, 1 ਮਿੰਟ 1 ਖਿਨ 1 ਵਾਰ ਨਹੀਂ ਲੱਗਾ। ਇਹ ਹੈ ਦੂਸਰੀ ਮੌਤ, ਸਾਡੀ ਵਿਚਾਰਾਂ ਦੀ ਮੌਤ, ਸਾਡੀ ਆਤਮਾ ਦਾ ਮਰ ਜਾਣਾ। ਇਹ ਸਾਡੇ ਵੱਸ ਵੀ ਹੈ ਤੇ ਇਹ ਅਕਾਲ ਪੁਰਖ ਪਰਮਾਤਮਾ ਦੇ ਗੁਰੂ ਦੇ ਵੱਸ ਵੀ ਹੈ। ਹੁਣ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਇੱਕ ਤੀਸਰੀ ਮੌਤ ਹੈ। ਉਹ ਕਿਹੜੀ ਮੌਤ ਹੈ? ਉਹ ਮੌਤ ਸੱਜਣ ਠੱਗ ਵੀ ਮਰਿਆ ਸੀ, ਉਹ ਮੌਤ ਵਲੀ ਕੰਧਾਰੀ ਵੀ ਮਰਿਆ ਸੀ, ਉਹ ਮੌਤ ਭਾਈ ਲਹਿਣੇ ਨੂੰ ਵੀ ਆਈ ਸੀ, ਉਹ ਮੌਤ ਭਾਈ ਅਮਰਦਾਸ ਨੂੰ ਵੀ ਆਈ ਸੀ, ਭਾਈ ਜੇਠੇ ਨੂੰ ਵੀ ਆਈ ਸੀ। ਉਹ ਮੌਤ ਕਿਹੜੀ ਹੈ? ਉਹ ਹੈ ਗੁਰੂ ਦੇ ਦਰ 'ਤੇ ਆ ਕੇ ਆਪਣੀ ਬੁਰਿਆਈ ਨੂੰ ਮਾਰ ਦੇਣਾ, ਆਪਣੀਆਂ ਵਿਚਾਰਾਂ ਨੂੰ ਖਤਮ ਕਰਕੇ ਗੁਰੂ ਦਾ ਹੋ ਜਾਣਾ। ਜਦੋਂ ਭਾਈ ਲਹਿਣਾ ਗੁਰੂ ਨਾਨਕ ਦੇ ਦਰ 'ਤੇ ਆਇਆ ਹੈ ਤੇ ਉਦੋਂ ਦੇਵੀ ਦਾ ਭਗਤ ਸੀ, ਉਦੋਂ ਦੇਵੀ ਦੇ ਜਥੇ ਦਾ ਆਗੂ ਬਣਿਆ ਸੀ। ਲੇਕਿਨ ਜਦੋਂ ਗੁਰੂ ਨਾਨਕ ਦੇ ਬਾਂਹ ਫੜ ਲਈ ਹੈ ਉਦੋਂ ਫਿਰ ਉਹਨਾਂ ਦਾ ਸਾਥ ਛੱਡ ਦਿੱਤਾ ਹੈ, ਉਹ ਪੱਖ ਖਤਮ ਕਰ ਦਿੱਤਾ ਹੈ, ਫਿਰ ਗੁਰੂ ਦਾ ਹੋ ਗਿਆ ਹੈ। ਤੇ ਗੁਰੂ ਸਾਹਿਬ ਜੀ ਦੇ ਅੱਗੇ ਆ ਕੇ ਬੇਨਤੀ ਕੀਤੀ ਹੈ, ਤੂੰ ਕਰਤਾ ਤੂੰ ਹੁਆ, ਸਤਿਗੁਰੂ ਮੈਂ ਤੇਰਾ ਰੂਪ ਹੋ ਗਿਆ, ਮੁਝ ਮੇਂ ਰਹਾ ਨਾ ਹੋ। ਮੇਰੇ ਅੰਦਰ ਹੁਣ ਆਪਣਤ ਰਿਹਾ ਹੀ ਨਹੀਂ ਹੈ। ਗੁਰੂ ਸਾਹਿਬ ਜੀ ਕਿਰਪਾ ਕਰੋ, ਆਪਣੇ ਵਰਗਾ ਬਣਾ ਲਓ। ਤੇ ਸੱਚ ਜਾਣਿਓ ਗੁਰੂ ਸਾਹਿਬ ਜੀ ਨੇ ਆਪਣਾ ਅੰਗ ਬਣਾ ਲਿਆ। ਮੱਥਾ ਟੇਕ ਕੇ ਇੱਕ ਦਿਨ ਗੁਰੂ ਸਾਹਿਬ ਜੀ ਨੇ ਆਖਿਆ, ਲੈਣਿਆ ਅੱਜ ਤੋਂ ਬਾਅਦ ਤੂੰ ਮੇਰਾ ਅੰਗ ਹੈ, ਤੂੰ ਗੁਰੂ ਅੰਗਦ ਹੈ, ਇੱਕ ਜੋਤ ਹੋ ਗਿਆ ਹੈ। ਭਾਈ ਜੇਠਾ ਜੀ 7 ਸਾਲ ਦੀ ਉਮਰ ਪਿੰਡ ਬਾਸਰਕੇ ਦੇ ਵਿੱਚ ਨਾਨੀ ਆਪਣੀ ਦੇ ਕੋਲ ਆਏ ਸਨ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਬਾਂਹ ਫੜੀ ਹੈ, ਆਪ ਵੀ ਸੇਵਾ ਗੁਰੂ ਅੰਗਦ ਸਾਹਿਬ ਜੀ ਦੇ ਦਰ 'ਤੇ ਕਰਦੇ ਰਹੇ ਨੇ। ਭਾਈ ਜੇਠੇ ਜੀ ਨੂੰ ਵੀ ਗੋਇੰਦਵਾਲ ਲੈ ਗਏ ਨੇ, ਆ ਚੱਲ ਸੇਵਾ ਕਰੀਏ। ਪਤਾ ਨਹੀਂ ਸੀ ਗਾਂ ਇਹਨਾਂ ਨੇ ਜਵਾਈ ਬਣਨਾ ਹੈ, ਸਾਡੇ ਹੀ ਘਰ ਦਾ ਗਾਂ ਇਹਨਾਂ ਨੇ ਇੱਕ ਰੂਪ ਹੋ ਜਾਣਾ ਹੈ। ਬਾਂਹ ਫੜ ਲਈਏ ਗੁਰੂ ਨੇ, ਸੱਚ ਜਾਣਿਓ ਜੀਵਨ ਬਦਲ ਦਿੱਤਾ ਹੈ। ਕਿੱਥੇ ਜੇਠਾ ਠੋਕਰਾਂ ਖਾਂਦਾ ਸੀ ਦੁਨੀਆ ਦੀਆਂ, ਗੁਰੂ ਸਾਹਿਬ ਜੀ ਨੇ ਪਾਤਸ਼ਾਹ ਬਣਾ ਦਿੱਤਾ, ਬਾਦਸ਼ਾਹ ਬਣਾ ਦਿੱਤਾ। ਇੱਕ ਟਾਈਮ ਜਿਹਦੇ ਘਰ ਰੋਟੀ ਨਹੀਂ ਸੀ, ਅੱਜ ਲੱਖਾਂ ਲੋਕਾਂ ਨੂੰ ਉਸ ਦਰ ਤੋਂ ਅੰਨ ਮਿਲਦਾ, ਉਸ ਦਰ ਤੋਂ ਰਾਸ਼ਨ ਮਿਲਦਾ, ਉਸ ਦਰ ਤੋਂ ਰੋਟੀ ਮਿਲਦੀ ਹੈ ਤੇ ਸ਼ੁਕਰ ਮਨਾਉਂਦੇ ਨੇ, ਧੰਨ ਧੰਨ ਗੁਰੂ ਰਾਮਦਾਸ ਤੇਰਾ ਨਾਮ ਲਿਆ ਸਭ ਕਾਰਜ ਰਾਸ। ਇਹ ਸੋਢੀ ਸੁਲਤਾਨ ਤੂੰ ਧੰਨ ਹੈ। ਗੁਰੂ ਨਾਲ ਜੁੜਿਆ ਸਾਡਾ ਵਿਨਾਸ਼ ਕੀ ਹੋਇਆ, ਅਸੀਂ ਇਹ ਵੇਖੀਏ। ਸਤਿਗੁਰੂ ਜੀ ਮਹਾਰਾਜ ਕਹਿੰਦੇ ਹਨ ਜੀਵਨ ਤਬਦੀਲੀ ਵੱਲ ਚਲੇ ਗਿਆ। ਗੁਰ ਭੇਟ ਪੁਨੀਤਾ, ਗੁਰੂ ਨੂੰ ਮਿਲਦਿਆਂ, ਗੁਰੂ ਨੂੰ ਭੇਟ ਕਰਦਿਆਂ, ਗੁਰੂ ਨਾਲ ਜੁੜਿਆ, ਮੈਂ ਪਤਿਤ ਤੋਂ ਪਾਵਨ ਹੋ ਗਿਆ, ਮੈਂ ਪੁਨੀਤ ਹੋ ਗਿਆ ਹਾਂ। ਮੇਰੀ ਜ਼ਿੰਦਗੀ ਦੇ ਅੰਦਰ ਆਹ ਫਰਕ ਆਇਆ। ਅੰਧਲੇ ਤ੍ਰਿਭਵਨ ਸੂਝਿਆ, ਖਲ ਚਤੁਰ ਬਕੀਤਾ, ਖਲ ਮੂਰਖ ਤੋਂ ਚਤੁਰ ਹੋ ਗਿਆ ਹਾਂ। ਪਿੰਗਲ ਪਰਬਤ ਪਾਰ ਪਰੇ, ਪਿੰਗਲਾ ਜਿਹੜੇ ਕੰਮ ਕਰਨ ਲੱਗਿਆ ਜਿਹਨੂੰ ਕੋੜ ਪੈ ਜਾਂਦਾ ਸੀ, ਕੋੜ ਤੋਂ ਭਾਵੇਂ ਨਹੀਂ ਸਰੀਰ ਨਹੀਂ ਸੀ ਕੰਮ ਕਰਦਾ, ਕੋੜ ਤੋਂ ਭਾਵੇਂ ਹੈ ਕਿ ਮਨ ਅਗਾਂਹ ਵਧਣ ਵਾਸਤੇ ਤਿਆਰ ਹੀ ਨਹੀਂ ਸੀ ਹੁੰਦਾ। ਚੰਗਿਆਈ ਆਲਕ ਕਰੇ, ਜਦੋਂ ਚੰਗਾ ਕੰਮ ਹੁੰਦਾ ਸੀ ਉਦੋਂ ਕੋੜ ਪੈ ਜਾਂਦਾ ਸੀ ਕਿ ਛੱਡ ਪਰਾਂ ਕੀ ਕਰਨਾ ਇਸ ਕੰਮ ਨੂੰ।
ਕੀ ਲਿਆ ਇਹਦੇ ਵਿੱਚੋਂ? ਤੇ ਬੰਦਿਆ ਜਦੋਂ ਗੁਰੂ ਨਾਲ ਮਿਲ ਗਿਆ ਫਿਰ ਬੰਦ ਕਟਾਉਣ ਲੱਗਿਆ, ਤੈਨੂੰ ਟਾਈਮ ਨਹੀਂ ਲੱਗਾ। ਫਿਰ ਕਹਿੰਦਾ ਕੋਈ ਗੱਲ ਨਹੀਂ, ਗੁਰੂ ਦੇ ਰਾਹ 'ਤੇ ਚੱਲਣ ਲੱਗਿਆ ਜੇ ਆਰੇ ਜ਼ਿੰਦਗੀ ਅੰਦਰ ਲਿਖੇ ਨੇ ਤੇ ਇਹਨਾਂ ਆਰਿਆਂ ਨੂੰ ਹੱਸ ਕੇ ਆਪਣੇ ਸਿਰ ਦੇ ਉੱਤੇ ਪ੍ਰਵਾਨ ਕਰਾਂਗਾ। ਚੰਗਿਆਈ ਹੁਣ ਆਲਕ ਨਹੀਂ ਕਰਦੀ। ਉਹਨਾਂ ਮਾਵਾਂ ਦੇ ਪੁੱਤਾਂ ਨੇ ਆਪਣਾ ਸਭ ਕੁਝ ਵਾਰ ਦਿੱਤਾ ਜਿਹੜੇ ਇਸ ਰਾਹ ਦੇ ਉੱਪਰ ਤੁਰੇ ਨੇ। ਹੱਸ ਹੱਸ ਕੇ ਉਹਨਾਂ ਨੇ ਫਾਂਸੀਆਂ ਨੂੰ ਆਪਣੇ ਗਲਾਂ ਵਿੱਚ ਪਾਇਆ, ਚੁੰਮਿਆ ਹੈ ਉਹਨਾਂ ਰੱਸਿਆਂ ਨੂੰ, ਜਿਨ੍ਹਾਂ ਦੇ ਅੰਦਰ ਗੁਰੂ ਆ ਕੇ ਆਪ ਟਿਕ ਗਿਆ, ਜਿਨ੍ਹਾਂ ਨੇ ਗੁਰੂ ਦੇ ਨਾਲ ਇੱਕ ਮਿਕਤਾ ਪਾ ਲਈ। ਸਰੀਰ ਦਾ ਮੋਹ ਨਹੀਂ ਰਿਹਾ, ਸੰਸਾਰ ਦਾ ਮੋਹ ਨਹੀਂ ਰਿਹਾ। ਤੇ ਗੁਰੂ ਸਾਹਿਬ ਜੀ ਕਹਿੰਦੇ ਹਨ, ਕਈ ਕੋਟ ਬਹੁ ਜੋਨੀ ਫਿਰੈ, ਜਿਹੜੇ ਉਹਦੇ ਨਾਲੋਂ ਟੁੱਟ ਗਏ ਉਹਨਾਂ ਨੇ ਛਲਾਂਗਾ ਮਾਰ ਮਾਰ ਕੰਧਾਂ ਟੱਪੀਆਂ, ਲੱਤਾਂ ਤੜਾ ਕੇ ਆਪਣਾ ਜੀਵਨ ਵੀ ਨਾਸ਼ ਕਰ ਲਿਆ। ਉਦਾਹਰਣ ਅਸੀਂ ਦੁਨੀ ਚੰਦ ਦੀ ਲੈ ਸਕਦੇ ਹਾਂ। ਗੁਰੂ ਕੋਲ ਹੀ ਰਹਿੰਦਾ ਸੀ, ਗੁਰੂ ਦਾ ਹੀ ਖਾਂਦਾ ਸੀ, ਪਰ ਗੁਰੂ ਦਾ ਹੀ ਨਹੀਂ ਬਣਿਆ। ਤੇ ਕੁਝ ਗੁਰੂ ਕੋਲ ਰਹਿੰਦੇ ਨਹੀਂ, ਗੁਰੂ ਦਾ ਖਾਂਦੇ ਵੀ ਨਹੀਂ, ਰਹਿੰਦੇ ਬੜੇ ਪ੍ਰਦੇਸ਼ਾਂ ਵਿੱਚ ਨੇ, ਪਰ ਲਿਵ ਗੁਰੂ ਦੇ ਚਰਨਾਂ ਦੇ ਵਿੱਚ ਲੱਗੀ ਹੋਈ ਹੈ ਕਿ ਸਤਿਗੁਰੂ ਮੌਕਾ ਦੇ ਇੱਕ ਵਾਰੀ ਜ਼ਿੰਦਗੀ ਇੱਦਾਂ ਜੂਝਣ ਦਾ, ਅਸੀਂ ਤੇਰੇ ਹਾਂ। ਵਿਚਾਰ ਜੁੜੀਏ ਗੁਰੂ ਸਾਹਿਬ ਜੀ ਦੇ ਨਾਲ, ਜੀਵਨ ਅੰਦਰੋਂ ਜੁੜਿਆ ਹੋਇਆ ਹੈ। ਕਈ ਕੋਟ ਬਹੁ ਜੋਨੀ ਫਿਰੈ, ਬੰਦੇ ਹੁੰਦੇ ਹੋਏ ਕਰਤੂਤ ਪਸ਼ੂ ਕੀ ਹੋ ਗਈ ਹੈ ਤੇ ਜਾਤ ਮਾਨਸ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਇੱਦਾਂ ਫਿਰ ਜੂਨੀਆਂ ਦੇ ਵਿੱਚ ਭਟਕਦੇ ਹੀ ਫਿਰਦੇ ਨੇ, ਸਾਰੀ ਜ਼ਿੰਦਗੀ ਜੂਨੀਆਂ ਵਿੱਚ ਭਟਕਦਿਆਂ ਹੋਇਆਂ ਬਤੀਤ ਕਰ ਦਿੱਤੀ ਹੈ। ਕਈ ਕੋਟ ਬੈਠਤ ਹੀ ਖਾਂ, ਕਈਆਂ ਦੀ ਜ਼ਿੰਦਗੀ ਇਹੋ ਜਿਹੀ ਹੈ, ਕਈਆਂ ਨੇ ਕਰਮ ਇਹੋ ਜਿਹੇ ਕਮਾਏ ਹਨ, ਬੈਠੇ ਬਿਠਾਇਆ ਸਭ ਕੁਝ ਮਿਲੀ ਜਾਂਦਾ ਹੈ, ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ, ਤੇ ਕਰੋੜਾਂ ਹੀ ਨੇ। ਕਈ ਕੋਟ ਘਾਲੈ ਥੱਕ ਮਾਏ, ਪਰ ਕਈਆਂ ਦੀ ਅਵਸਥਾ, ਕਈਆਂ ਦਾ ਜੀਵਨ ਇਹੋ ਜਿਹਾ ਹੈ ਕਿ ਰੋਟੀ ਖਾਤਰ ਉਹ ਇੱਦਾਂ ਕੂੜਾ ਵੀ ਬਿੰਦੇ ਫਿਰਦੇ ਨੇ। ਅਸੀਂ ਵੇਖਿਆ ਕੂੜਾ ਇਕੱਠਾ ਕਰਦੇ ਫਿਰਦੇ ਨੇ, ਕਾਹਦੇ ਖਾਤਰ? ਰੋਟੀ ਖਾਤਰ। ਤੇ ਕਈਆਂ ਨੂੰ ਬੈਠੇ ਬਿਠਾਇਆ ਨੂੰ। ਇਹਦਾ ਮਤਲਬ ਇਹ ਨਹੀਂ ਕਿ ਰੱਬ ਨੇ ਬੇਇਨਸਾਫੀ ਕੀਤੀ ਹੈ, ਇਹਦਾ ਮਤਲਬ ਇਹ ਹੈ ਕਿ ਰੱਬ ਨੇ ਜੀਵਨ ਦਿੱਤਾ। ਸੱਚ ਜਾਣਿਓ, ਜਿਹੜੇ ਬੈਠ ਕੇ ਖਾਂਦੇ ਨੇ ਉਹਨਾਂ ਦਾ ਆਉਣ ਵਾਲਾ ਸਮਾਂ ਗੁਰੂ ਸਾਹਿਬ ਜੀ ਮਹਾਰਾਜ ਕਠਿਨ ਵੇਖਦੇ ਨੇ ਕਿ ਜਿਨ੍ਹਾਂ ਨੇ ਮਿਹਨਤ ਨਹੀਂ ਕੀਤੀ, ਬੈਠ ਕੇ ਖਾ ਰਹੇ ਨੇ, ਆਉਣ ਵਾਲੀਆਂ ਪੀੜ੍ਹੀਆਂ ਦੁਖੀ ਹੁੰਦੀਆਂ ਨੇ। ਜਿਹੜੇ ਮਿਹਨਤ ਕਰਕੇ ਥੱਲਿਓਂ ਉੱਪਰ ਉੱਠਦੇ ਨੇ, ਸਤਿਗੁਰੂ ਜੀ ਮਹਾਰਾਜ ਕਹਿੰਦੇ ਹਨ ਉਹਨਾਂ ਦਾ ਆਉਣ ਵਾਲਾ ਜੀਵਨ ਸੁਖੀ ਹੁੰਦਾ ਹੈ। ਗੱਲ ਕਰਮਾਂ ਦੀ ਹੈ, ਅਸੀਂ ਕਰਮ ਕਰਨੇ ਛੱਡ ਦਿੰਦੇ ਹਾਂ। ਤੇ ਗੁਰੂ ਸਾਹਿਬ ਜੀ ਕਹਿੰਦੇ ਵੇਖੀ, ਜੇ ਤੈਨੂੰ ਬੈਠੇ ਬਿਠਾਇਆ ਮਿਲਦਾ ਤੇ ਉਹਦਾ ਸ਼ੁਕਰ ਜ਼ਰੂਰ ਮਨਾਈ। ਜੇ ਤੈਨੂੰ ਘਾਲ ਖਾਏ ਕਿ, ਕਿਉਂਕਿ ਗੁਰਮਤਿ ਦਾ ਰਾਹ ਕੀ ਹੈ? ਘਾਲ ਖਾਏ ਕਿ ਹੱਥੋਂ ਦੇ, ਕਿਰਤ ਕਰਕੇ ਖਾਣਾ ਹੈ। ਗੁਰੂ ਸਾਹਿਬ ਜੀ ਮਹਾਰਾਜ ਇਸ ਧਰਮ ਨੂੰ, ਇਸ ਪੰਥ ਨੂੰ ਵੇਲੜਾਂ ਵਾਸਤੇ ਨਹੀਂ, ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਕਿਰਤੀਆਂ ਵਾਸਤੇ ਇਸ ਪੰਥ ਨੂੰ ਆਰੰਭ ਕੀਤਾ। ਤੇ ਇਸ ਪੰਥ, ਇਸ ਮਾਰਗ ਦਾ ਸਭ ਤੋਂ ਪਹਿਲਾ ਅਸੂਲ ਹੀ ਇਹ ਹੈ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਗੁਰੂ ਨਾਨਕ ਸਾਹਿਬ ਚਾਹੁੰਦੇ ਤੇ ਬੈਠ ਕੇ ਖਾ ਸਕਦੇ ਸਨ, ਮੋਦੀ ਦੀ ਕਿਰਤ ਕੀਤੀ ਹੈ, ਚਰਵਾਹੇ ਬਣੇ ਨੇ, ਕਿਰਸਾਨ ਬਣੇ ਨੇ, ਹੱਟੀ ਲਗਾਈ ਹੈ, ਸੱਚੇ ਸੌਦੇ ਕੀਤੇ ਨੇ, ਲੋਕਾਂ ਨੂੰ ਦੱਸਿਆ ਕਿ ਬੈਠ ਕੇ ਖਾਣ ਵੇਲਿਆਂ ਵੀ ਉਹਦਾ ਸ਼ੁਕਰ ਮਨਾਓ, ਜੇ ਮਿਹਨਤ ਕਰਦੇ ਹੋ ਤਾਂ ਵੀ ਉਹਦੀ ਰਜ਼ਾ ਵਿੱਚ ਰਹਿੰਦਿਆਂ ਹੋਇਆਂ ਉਹਦਾ ਸ਼ੁਕਰ ਮਨਾਓ, ਉਹਦੇ ਨਾਲੋਂ ਨਾ ਟੁੱਟੋ। ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਕਈ ਮਨੁੱਖ, ਕਈ ਕਰੋੜਾਂ ਹੀ ਧਨਵੰਤ ਨੇ, ਧਨਵਾਨ ਨੇ, ਧਨ ਪਦਾਰਥ ਜਿਨ੍ਹਾਂ ਕੋਲ ਨੇ, ਪਰ ਕਈ ਇਸ ਸੰਸਾਰ ਦੇ ਅੰਦਰ ਮਾਇਆ ਦੀ ਚਿੰਤਾ ਵਿੱਚ ਡੁੱਬੇ ਹੋਏ ਨੇ, ਪੈਸੇ ਦੀ ਚਿੰਤਾ ਵਿੱਚ ਆਪਣਾ ਜੀਵਨ ਲਗਾ ਰੱਖਿਆ ਹੈ। ਇੱਧਰੋਂ ਕਿਵੇਂ ਮਿਲੇ ਤੇ ਇੱਧਰੋਂ ਕਿਵੇਂ ਮਿਲੇ। ਗੁਰੂ ਸਾਹਿਬ ਜੀ ਕਹਿੰਦੇ ਚਿੰਤਾ ਕਾਹਦੀ ਕਰਨੀ? ਚਿੰਤਾ ਤਾਂ ਉਸ ਚੀਜ਼ ਦੀ ਕਰਨਾ ਜਿਹੜੀ ਸੰਸਾਰ ਵਿੱਚ ਨਹੀਂ ਵਾਪਰਦੀ। ਉਸ ਚੀਜ਼ ਦੀ ਚਿੰਤਾ ਕਿਉਂ ਕਰਨੀ ਹੈ ਜਿਹੜੀ ਸਭਨਾਂ ਨਾਲ ਵਾਪਰ ਰਹੀ ਹੈ? ਅਮੀਰ ਤੋਂ ਅਮੀਰ ਤੇ ਗਰੀਬ ਤੋਂ ਗਰੀਬ ਚਿੰਤਾ ਵਿੱਚ ਡੁੱਬਿਆ ਹੋਇਆ ਹੈ, ਜਿਹਨੂੰ ਗੁਰਬਾਣੀ ਪਾਵਨ ਬਾਣੀ ਹੈ ਕਹਿੰਦੀ, ਵੱਡੇ ਵੱਡੇ ਜੋ ਦੀਸੈਂ ਲੋਕ ਤਿਨ ਕੋ ਵਿਆਪੈ ਚਿੰਤਾ ਰੋਗ। ਇੱਕ ਰੋਗ ਹੈ ਜੀਵਨ ਦਾ ਸਭ ਤੋਂ ਵੱਡਾ। ਤੇ ਇਸ ਚਿੰਤਾ ਦਾ ਨਿਵਾਰਣ ਕਦੋਂ ਹੋਏਗਾ? ਜਦੋਂ ਚਿੰਤਾ ਨੂੰ ਛੱਡ ਕੇ ਗੁਰੂ ਦੇ ਚਰਨਾਂ ਵਿੱਚ ਆ ਕੇ ਆਪਣਾ ਸੀਸ ਝੁਕਾਵਾਂਗੇ। ਗੁਰੂ ਸਾਹਿਬ ਜੀ ਦੱਸਣਗੇ ਚਿੰਤਾ ਨਾ ਕਰ, ਚਿੰਤਨ ਕਰਿਆ ਕਰ, ਜੀਵਨ ਵਿੱਚ ਵਿਚਾਰ ਕਰਿਆ ਕਰ, ਤੇਰੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਤੈਨੂੰ ਆਪੇ ਮਿਲੇਗਾ। ਤੇਰੇ ਅੰਦਰ ਹੀ ਹੈ ਸਭ ਕੁਝ।
ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ। ਮਨਮੁਖਾਂ ਸਾਧਨਾ ਆਇਆ, ਜਿਨ੍ਹਾਂ ਨੇ ਆਪਣੇ ਮਨ ਦੀ ਕੀਤੀ ਹੈ ਉਹਨਾਂ ਨੇ ਇਸ ਸਵਾਦ ਨੂੰ ਪਾਇਆ ਨਹੀਂ। ਜਿਨ੍ਹਾਂ ਨੇ ਗੁਰੂ ਤੋਂ ਗਿਆਨ ਪ੍ਰਾਪਤ ਕੀਤਾ ਉਹਨਾਂ ਨੇ ਅੰਮ੍ਰਿਤ ਨੂੰ ਖੋਦ ਲਿਆ, ਉਹਨਾਂ ਨੇ ਤਤ ਨੂੰ ਗ੍ਰਹਿਣ ਕਰ ਲਿਆ। ਸੋਨਾ ਵੀ ਇਸੇ ਧਰਤੀ ਵਿੱਚ ਹੈ, ਹੀਰੇ ਵੀ ਇਸੇ ਧਰਤੀ ਵਿੱਚ ਨੇ, ਕੋਇਲਾ ਵੀ ਇਸੇ ਧਰਤੀ ਵਿੱਚ ਹੈ। ਜਿਨ੍ਹਾਂ ਨੇ ਖੋਜਿਆ ਉਹਨਾਂ ਨੇ ਪਾਇਆ। ਸਮੁੰਦਰ ਜਿਹੜਾ ਹੁੰਦਾ ਉਹਦਾ ਸੁਭਾਅ ਕੀ ਹੈ? ਜਿਹੜਾ ਉਹਦੇ ਵਿੱਚ ਡੱਡੀਆਂ ਮੱਛੀਆਂ ਲੱਭਣ ਜਾਂਦਾ ਉਹਨੂੰ ਡੱਡੀਆਂ ਮੱਛੀਆਂ ਮਿਲਦੀਆਂ ਨੇ, ਜਿਹੜਾ ਮੋਤੀ ਲੱਭਣ ਜਾਂਦਾ ਉਹਨੂੰ ਮੋਤੀ ਮਿਲਦੇ ਨੇ। ਤੇ ਗੁਰੂ ਵੀ ਇੱਦਾਂ ਸਮੁੰਦਰ ਹੈ ਜਿਹੜਾ ਹੰਕਾਰ ਨਾਲ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਆਪਣੀਆਂ ਉਹਨਾਂ ਹੁਜਰਤਾਂ ਨੂੰ ਛੱਡਦਾ ਨਹੀਂ ਹੈ। ਇੱਥੇ ਗਲਤੀਆਂ ਲੱਭਣ ਆਉਂਦਾ ਕਿ ਆਹ ਕਿਵੇਂ ਹੈ ਤੇ ਆਹ ਕਿਵੇਂ, ਉਹਨੂੰ ਉਹ ਕੁਝ ਮਿਲਦਾ ਹੈ। ਜਿਹੜਾ ਇੱਥੇ ਚਰਨਾਂ ਵਿੱਚ ਆ ਕੇ ਟਿਕਾ ਕੇ ਆਪਣੇ ਆਪ ਨੂੰ ਗੁਰੂ ਦਾ ਬਣਾ ਲੈਂਦਾ ਕਿ ਸਤਿਗੁਰੂ ਮੈਂ ਤੇਰੇ ਚਰਨਾਂ ਵਿੱਚ ਆਇਆ, ਮੇਰੀ ਜ਼ਿੰਦਗੀ ਸਵਾਰ ਦੇ। ਸੱਚ ਜਾਣਿਓ ਭਾਈ ਜੇਠੇ ਤੋਂ ਗੁਰੂ ਰਾਮਦਾਸ ਬਣਾਉਣ ਲੱਗਿਆ ਗੁਰੂ ਨੂੰ ਸਮਾਂ ਨਹੀਂ ਲੱਗਦਾ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਫਿਰ ਕੀ ਹੋਇਆ? ਕਹਿੰਦੇ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ। ਜਿੱਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ, ਚਿੰਤਾਵਾਂ ਹੀ ਖਤਮ ਹੋ ਗਈਆਂ ਨੇ। ਜਹ ਜਹ ਭਾਣਾ ਤਹ ਤਹ ਰਾਖੇ, ਉਸ ਪਰਮਾਤਮਾ ਦਾ ਭਾਣਾ ਹੈ, ਉਹ ਜਿਹਨੂੰ ਜਿਹਨੂੰ ਚਾਹੁੰਦਾ ਹੈ ਉਹਨੂੰ ਉੱਥੇ ਰੱਖਦਾ। ਤੋਂ ਭਾਵ ਹੈ ਜਿਹੜਾ ਮਨੁੱਖ ਉਹਨੂੰ ਸਮਝ ਜਾਂਦਾ ਹੈ ਕਿ ਮੈਂ ਆਪਣੇ ਕਰਮਾਂ ਨੂੰ ਉੱਚਾ ਕਰਾਂ, ਉਹ ਮਨੁੱਖ ਬਹੁਤ ਜਲਦੀ ਥੱਲਿਓਂ ਤਾਂ ਆ ਜਾਂਦਾ ਹੈ, ਫਰਸ਼ ਤੋਂ ਅਰਸ਼ 'ਤੇ ਆ ਜਾਂਦਾ ਹੈ। ਜਿਹੜਾ ਉਹਦੀ ਇਸ ਮਰਜ਼ੀ ਨੂੰ ਨਹੀਂ ਸਮਝਦਾ ਉਹਨੂੰ ਅਰਸ਼ ਤੋਂ ਫਰਸ਼ 'ਤੇ ਡਿੱਗਦਿਆਂ ਟਾਈਮ ਨਹੀਂ ਜੇ ਲੱਗਦਾ। ਵੱਡੇ ਵੱਡੇ ਡਿੱਗੇ ਨੇ। ਰਾਵਣ ਦਾ ਰਾਜ ਕਿਤੇ ਘੱਟ ਸੀ, ਸੋਨੇ ਦੀ ਲੰਕਾ ਸੀ। ਛੱਡੋ ਰਾਵਣ ਦੀ ਗੱਲ, ਕੁਝ ਸਦੀਆਂ ਪਹਿਲਾਂ ਔਰੰਗਜ਼ੇਬ ਦਾ ਰਾਜ ਦੇਖ ਲਓ, ਮਿੱਟੀ ਵਿੱਚ ਮਿਲ ਗਿਆ। ਕਿੰਨੇ ਪੁੱਤਰ ਸੀ, ਕਿੱਡਾ ਵੱਡਾ ਮੁਗਲਿਆ ਸਲਤਨਤ ਦਾ ਰਾਜ ਸੀ ਅੱਜ। ਤੇ ਅਸੀਂ ਉਹਨਾਂ ਦਾ ਵੀ ਰਾਜ ਵੇਖ ਸਕਦੇ ਹਾਂ ਜਿਨ੍ਹਾਂ ਨੇ ਜੰਗਲਾਂ ਦੇ ਵਿੱਚ ਰਾਤਾਂ ਬਿਤਾਉਣੀਆਂ ਕੀਤੀਆਂ ਨੇ। ਪੰਥ ਦੇ ਨਿਸ਼ਾਨ ਉਹਨਾਂ ਨੇ ਵੀ ਤਾਂ ਕੀਤੇ ਨੇ। ਇੱਕ ਫਰਸ਼ ਤੋਂ ਅਰਸ਼ 'ਤੇ ਆਇਆ ਹੈ ਤੇ ਇੱਕ ਅਰਸ਼ ਤੋਂ ਫਰਸ਼ 'ਤੇ ਡਿੱਗਿਆ ਹੈ। ਟਾਈਮ ਕਿੰਨਾ ਲੱਗਾ ਹੈ ਅਸੀਂ ਵੇਖ ਸਕਦੇ ਹਾਂ। ਅੱਜ ਵੀ ਹੋ ਰਿਹਾ ਹੈ, ਹੁੰਦਾ ਆਏਗਾ। ਤੇ ਗੁਰੂ ਸਾਹਿਬ ਜੀ ਕਹਿੰਦੇ ਹਨ ਇਹ ਉਹਦਾ ਭਾਣਾ ਹੈ। ਨਾਨਕ ਸਭ ਕਿਛ ਪ੍ਰਭ ਕੈ ਹੱਥ ਹੈ, ਹੇ ਨਾਨਕ ਸੰਸਾਰ ਦਾ ਹੁਕਮ, ਸੰਸਾਰ ਦੀ ਕਿਰਤ, ਸੰਸਾਰ ਦਾ ਰਿਜ਼ਕ ਪ੍ਰਭੂ ਦੇ ਹੱਥ ਵਿੱਚ ਹੈ। ਉਸ ਪਰਮਾਤਮਾ ਨੇ ਤੇਰੇ ਰਿਜ਼ਕ ਦਾ ਪ੍ਰਬੰਧ ਕੀਤਾ ਹੈ, ਤੇਰੀ ਰੋਟੀ ਦਾ ਪ੍ਰਬੰਧ ਕੀਤਾ ਹੈ। ਤੇਰੇ ਜਨਮ ਤੋਂ ਪਹਿਲਾਂ ਹੀ ਪਤਾ ਨਹੀਂ ਉਹਨੇ ਮਾਂ ਨੂੰ ਦੁੱਧ ਦੇ ਕੇ ਤੇਰੇ 20 ਸਾਲ ਪਹਿਲਾਂ ਹੀ ਜਨਮ ਤੋਂ ਉਹਨੇ ਤੇਰਾ ਪ੍ਰਬੰਧ ਕਰ ਦਿੱਤਾ ਹੈ। ਇੱਦਾਂ ਰੋਟੀ ਕਾਰਨ ਬੇਈਮਾਨੀਆਂ ਨਾ ਕਰਿਆ ਕਰ, ਰੱਬ ਉੱਤੇ ਭਰੋਸਾ ਰੱਖਿਆ ਕਰ ਤੇ ਕਿਰਤ ਇਮਾਨਦਾਰੀ ਦੀ ਕਰਿਆ ਕਰ, ਤੈਨੂੰ ਉਹਨੇ ਭੁੱਖਾ ਨਹੀਂ ਮਰਨ ਦੇਣਾ। ਇਹ ਗੁਰੂ ਦੀ ਮਰਜ਼ੀ ਹੈ, ਗੁਰੂ ਦੀ ਰਜ਼ਾ ਹੈ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਅੱਜ ਦੀਆਂ ਵਿਚਾਰਾਂ ਦੀ ਇੱਥੇ ਹੀ ਸੰਪੂਰਨਤਾ ਸਮਾਪਤੀ ਹੈ। ਬੋਲਦਿਆਂ ਪਾਸੋਂ ਇਤਿਹਾਸ ਅਤੇ ਗੁਰਬਾਣੀ ਦੀ ਵਿਚਾਰ ਕਰਦਿਆਂ ਪਾਸੋਂ ਇੱਕ ਨਹੀਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ, ਭੁੱਲਾਂ, ਤਰੁੱਟੀਆਂ ਹੋ ਜਾਂਦੀਆਂ ਹਨ। ਗੁਰੂ ਅਤੇ ਗੁਰੂ ਸਾਹਿਬ ਜੀ ਦਾ ਖਾਸ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਬਖਸ਼ਣਹਾਰ ਹਨ ਜੀ। ਬਖਸ਼ ਦੇਣਾ। ਜੋ ਗਲਤੀਆਂ ਭੁੱਲਾਂ ਹੋਈਆਂ ਉਹ ਦੱਸ ਦੀਆਂ, ਜੋ ਵਿਚਾਰਾਂ ਚੰਗੀਆਂ ਲੱਗੀਆਂ ਉਹ ਗੁਰੂ ਸਾਹਿਬ ਜੀ ਮਹਾਰਾਜ ਜੀ ਦੀਆਂ ਜਾਣ ਕੇ ਜੀਵਨ ਵਿੱਚ ਵਸਾਉਣਾ। ਬਹੁਤ ਬਹੁਤ ਧੰਨਵਾਦ ਹੈ ਸਮੂਹ ਗੁਰੂ ਪਿਆਰਿਆਂ ਦਾ, ਗੁਰੂ ਸਵਾਰਿਆਂ ਦਾ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਹੈੱਡ ਗ੍ਰੰਥੀ ਸਾਹਿਬ ਦੇ ਸਮੂਹ ਸਾਥੀ ਸਟਾਫ ਦਾ। ਸੋ ਅੰਤ ਵਿੱਚ ਪ੍ਰਵਾਨੋ ਜੀ ਦਾਸਰੀ ਦੀ ਫਤਿਹ ਦੋਵੇਂ ਹੱਥ ਜੋੜ ਕੇ ਬੜੇ ਹੀ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।